हेरत हे सखी होए रही हैरान। हैरान। हेरत हेरत हे सखी होए रही हैरान। हैरान क्यों? हेरना होता देखना। देखना अखां तो बिना ਜਿਹੜਾ देखना है ਉਹਨੂੰ ਸਮਝਣਾ देखना ਹੁੰਦਾ। ਜਿਉਂ ਜਿਉਂ ਧਰਮ ਦੀ ਸਮਝ ਆਈ ਨਾ ਇਹਦੀ ਅਸਲੀ ਸੱਚ ਧਰਮ ਦੀ, ਤਿਉਂ ਤੇ ਹੈਰਾਨ ਹੋਈ ਵੀ ਇਹ ਤਾਂ ਸਾਰੀ ਪਿਛਲੀ ਗੱਲ ਸਾਰੀ ਨਾਲ ਹੀ ਉਲਟ ਹੈ। ਸੰਸਾਰ ਤਾਂ ਹੋਰ ਹੀ ਕੁਝ ਕਹੀ ਜਾਂਦਾ ਧਰਮ ਦੇ ਨਾਂ ਤੇ। ਧਰਮ ਤਾਂ ਹੈ ਹੀ ਨਹੀਂ ਜੋ ਸੰਸਾਰ ਕਹਿੰਦਾ। ਸੰਸਾਰ ਦੇ ਸਾਰੇ ਧਰਮ ਕਰਮਕਾਂਡ ਨੇ। ਸਾਰੇ ਧਰਮਾਂ ਖਾਤਰ ਇੱਕ ਪੰਕਤੀ ਹੈ, ਫੋਕਟ ਧਰਮ ਕਛੂ ਫਲ ਨਾ ਹੈ। ਸਾਰੇ ਫੋਕੇ ਧਰਮ ਨੇ ਕੁਛ ਵੀ ਫਲ ਨਹੀਂ ਉਹਦੇ ਵਿੱਚ। ਫਲ ਤਾਂ ਗਿਆਨ ਦਾ ਮਿਲਣਾ ਸੀ। ਜਦੋਂ ਗਿਆਨ ਫਲ ਮਿਲਿਆ, ਸਮਝ ਆਈ, ਫਿਰ ਕੀ ਪਤਾ ਲੱਗਿਆ ਵੀ ਇਹ ਤਾਂ ਗੱਲ ਹੀ ਹੋ ਰਿਹਾ ਉਹ ਗੰਗ ਚਲਾਈ ਹੈ ਨਾ ਲੋਕੀ ਆਖਾਂ ਕੀ ਕਿਉਂ ਨ। ਜਦੋਂ ਇਹ ਵਿਚਾਰਧਾਰਾ ਪ੍ਰਗਟ ਹੁੰਦੀ ਹੈ ਤਾਂ ਇਹੀ ਗੱਲ ਹੁੰਦੀ ਹੈ ਜਿਹੜੀ ਸੱਤਾ ਬਲਵੰਡ ਕਹਿੰਦੇ ਨੇ ਗੁਰੂ ਅੰਗਦ ਦੇਵ ਖਾਤਰ। ਇਹ ਤਾਂ ਹੋਰ ਹੀ ਗੰਗਾ ਚਲਾਤੀ ਗਿਆਨ ਦੀ। ਲੋਕ ਕੁਝ ਹੋਰ ਕਹਿੰਦੇ ਨੇ, ਸਾਰੀ ਉਹ ਗੱਲ ਉਲਟ ਕਹਿ ਰਹੇ ਨੇ। ਤਾਂ ਅਸਲ ਦੇ ਵਿੱਚ ਅੱਜ ਦਾ ਧਰਮ ਸਾਡਾ ਉਲਟ ਨਹੀਂ ਹੈ। ਅਸਲੀ ਧਰਮ ਹੋ ਰਹੀ ਗੰਗਾ ਹੈ। ਗੁਰਮਤ ਹੋ ਰਹੀ ਗੰਗਾ ਹੈ। ਜੇ ਇਹਦੇ ਸਹੀ ਅਰਥ ਕਰੀਏ ਤਾਂ ਅੱਜ ਵਾਲਾ ਸਾਰਾ ਹੀ ਧੁਸਤ ਹੋ ਜਾਣਾ, ਸਾਰੇ ਉਲਟ ਸਾਬਤ ਹੋ ਜਾਣਾ। ਉਲਟ ਹੋ ਹੀ ਰਿਹਾ ਸਾਬਤ, ਜੋ ਹੋ ਰਿਹਾ ਸਭ ਉਲਟ ਹੈ। ਇਹ ਉਲਟੀ ਗੰਗਾ ਹੈ। ਉਲਟੀ ਗੰਗਾ ਜਮਨ ਬੁਲਾਈ। ਗੰਗਾ ਉੱਤੋਂ ਥੱਲੇ ਨੂੰ ਆਉਂਦੀ ਹੈ, ਥੱਲੇ ਉੱਤਰ ਨੂੰ ਚੜ੍ਹਦੀ ਹੈ। ਕੋਈ ਐਸੀ ਗੰਗਾ ਹੈ ਹੀ ਨਹੀਂ ਥੱਲੇ ਉੱਤਰ ਨੂੰ ਚੜ੍ਹੇ, ਪਹਾੜ ਤੇ ਨੂੰ ਚੜ੍ਹੇ। ਇਹ ਗੰਗਾ ਪਹਾੜ ਤੇ ਨੂੰ ਚੜ੍ਹਦੀ ਹੈ। ਸਾਰੇ ਕੈਲਾਸ਼ ਪਰਬਤ ਢਾਹ ਲੈ ਰਹੇ। ਇੱਕ ਸ਼ਿਵ ਪਏ, ਇੱਕ ਗਏ, ਇੱਕ ਫੇਰ ਪਏ। ਢਾਲਿਆ ਨਾ ਕੈਲਾਸ਼ ਜਾ ਕੇ। ਕੈਲਾਸ਼ ਤੇ ਬੈਠਾ ਸ਼ਿਵ ਜੀ ਉੱਚੇ ਥਾਂ। ਗਿਆਨ ਦਾ ਮਤਲਬ ਹੈ ਸਭ ਤੋਂ ਉੱਚਾ ਕੈਲਾਸ਼ ਪਰਬਤ ਹੈ, ਵੀ ਗਿਆਨ ਐਡਾ ਉੱਚਾ ਹੈ ਉਹਦਾ। ਇੱਕ शिव पए एक गए एक फेर पए, राम और कृष्ण के अवतार भी अनेक हैं। ऊपर चली गई, ऊपर जा चढ़ी। फिर पताला पाताल लखा आकाशां आकाश कहता उदो ਤਾਂ ਕੈਲਾਸ਼ ਨੂੰ ਬਹੁਤ ਉੱਚਾ ਮੰਨਦੇ ਸੀ। ਉੱਚੇ ਤੇ ਉੱਚਾ ਭਗਵੰਤ ਕਹਿੰਦਾ। ਇਸ ਕਰਕੇ ਜਦੋਂ ਜਦੋਂ ਬਾਣੀ ਦੀ ਸਮਝ ਆਉਂਦੀ ਹੈ, ਹੈਰਾਨੀ ਇਹ ਹੁੰਦੀ ਹੈ ਵੀ ਇਹ ਸਾਰਾ ਹੀ ਕੁਝ ਉਲਟ ਕਰ ਰਿਹਾ ਸੰਸਾਰ। ਤਾਂ ਸੰਸਾਰ ਸਾਖਤ ਨੇ, ਸੰਸਾਰ ਸਾਖਤਾਂ ਦਾ ਭਰਿਆ ਹੋਇਆ। ਸੰਸਾਰੀ ਲੋਕ ਸਾਰੇ ਹੀ ਸਾਖਤ ਹੁੰਦੇ ਨੇ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਸ਼ਬਦ ਇੱਕੋ ਹੀ ਹੈ, ਸਾਖਤਾਂ ਦੇ ਸਮੂਹ ਵਾਸਤੇ ਆਇਆ। ਇੱਕ ਪਾਸੇ ਸੰਤ ਨੇ, ਇੱਕ ਪਾਸੇ ਸਾਖਤ ਨੇ। ਸੰਤ ਗੁਰਸਿੱਖ ਨੇ, ਭਗਤ ਨੇ। ਗੁਰਬਾਣੀ ਹੁਕਮ ਦੇ ਵਿੱਚ ਚੱਲਣ ਵਾਲੇ ਨੇ, ਗੁਰਬਾਣੀ ਦੀ ਸਹੀ ਸੋਝੀ ਰੱਖਣ ਵਾਲੇ ਨੇ, ਪੂਰਨ ਸੋਝੀ, ਔਰ ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲੇ ਨੇ, ਉਹ ਸੰਤ ਨੇ। ਜਿਹੜੇ ਆਪਣੀ ਮਰਜ਼ੀ ਅਨੁਸਾਰ ਜੀਵਨ ਜਿਉਣ ਵਾਲੇ ਨੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ, ਇਹ ਸਾਰੇ ਹੀ ਸਾਖਤ ਨੇ। ਬਸ ਦੋ ਕੈਟਾਗਰੀਆਂ ਨੇ, ਸਾਖਤ ਮਨਮੁਖ ਨੇ, ਸੰਤ ਗੁਰਮੁਖ ਨੇ। ਹੋਰ ਕੋਈ ਕੈਟਾਗਰੀ ਨਹੀਂ ਦੀ। ਸਾਖਤਾਂ ਦੇ ਵਿੱਚ ਫਿਰ ਕੈਟਾਗਰੀਆਂ ਵਹਿਰੀਆਂ ਨੇ ਇਹਨਾਂ ਦੀਆਂ। ਇੱਧਰ ਕੋਈ ਕੈਟਾਗਰੀ ਨਹੀਂ ਸੰਤਾਂ ਵਿੱਚ, ਇੱਕੋ ਹੀ ਕੈਟਾਗਰੀ ਹੈ ਸਿਰਫ। ਸਾਖਤਾਂ ਦੀਆਂ ਬੜੀਆਂ ਕੈਟਾਗਰੀਆਂ ਨੇ, ਬੜੀਆਂ ਮੱਤਾਂ ਨੇ। ਆਪਣੀ ਆਪਣੀ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਪਿੰਨ ਪਿੰਨ ਤੋਏ ਤੇਤੀ। ਪਿੰਨ ਤਾਂ ਇੱਧਰ ਸਾਖਤਾਂ 'ਚ ਹੈ। ਸੰਤਾਂ 'ਚ ਆਪਣੀ ਮੱਤ ਹੈ ਹੀ ਨਹੀਂ ਕਿਸੇ ਦੀ, ਸਭ ਪਰਮੇਸ਼ਰ ਦੀ ਮੱਤ। ਸਾਖਤਾਂ ਦੀ ਆਪਣੀ ਮੱਤ, ਸੰਤਾਂ ਦੀ ਆਪਣੀ ਮੱਤ ਨਹੀਂ ਹੁੰਦੀ। ਸਾਖਤ ਆਪਣੀ ਤਿਆਗਦੇ ਨਹੀਂ, ਸੰਤ ਆਪਣੀ ਰੱਖਦੇ ਨਹੀਂ।
ਸੰਤ ਆਪਣੀ ਮਤ ਰੱਖਦੇ ਨਹੀਂ, ਜਿਹੜੀ ਆਪਣੀ ਹੁੰਦੀ ਉਹ ਸਾਖਤਾਂ ਵਾਲੀ ਹੁੰਦੀ ਹੈ ਉਹਨਾਂ ਕੋਲ। ਸੰਸਾਰੀ ਮਤ ਜਿਹੜੀ ਹੁੰਦੀ ਹੈ ਸੰਤ ਉਹਨੂੰ ਤਿਆਗ ਦਿੰਦੇ ਨੇ, ਸਾਖਤ ਤਿਆਗਦੇ ਨੇ। ਸੰਸਾਰੀ ਮਤ ਕੀ ਹੈ? ਸੰਸਾਰੀ ਮਤ ਹੈ ਲੋਕ ਭਲਾਈ ਦੇ ਕੰਮ ਕਰਨੇ, ਤਰੱਕੀ ਕਰਨੀ ਸੰਸਾਰ 'ਚ, ਇਹ ਕੰਮ ਸਾਰਾ ਸੰਸਾਰੀ ਜੀਵਨ ਚੰਗਾ ਜਿਉਣਾ, ਚੰਗੀ ਕਮਾਈ ਕਰਨੀ, ਇਹ ਸੰਸਾਰੀ ਜੀਵਨ। ਸੰਸਾਰ ਦੇ ਸੁੱਖਾਂ ਦੇ ਮਗਰ ਭੱਜੇ ਫਿਰਨਾ, ਚਾਹੇ ਮਿਲਣ ਚਾਹੇ ਨਾ ਮਿਲਣ। ਸੰਸਾਰ ਦਾ ਧਨ ਇਕੱਠਾ ਕਰਨਾ, ਔਰ ਪਰਲੋਕ, ਇਸ ਲੋਕ ਦੇ ਸੁੱਖਾਂ ਵਾਸਤੇ ਭੱਜੇ ਨੱਠੇ ਫਿਰ ਕੇ ਜੀਵਨ ਗਵਾ ਦੇਣਾ। ਪਰਲੋਕ ਦੀ ਕਦੇ ਗੱਲ ਹੀ ਨਹੀਂ ਸੋਚਣੀ ਹੁੰਦੀ, ਪਰਲੋਕ ਬਾਰੇ ਸੋਚਣਾ ਹੀ ਨਹੀਂ ਕਦੇ। ਸਾਖਤਾਂ ਦਾ ਟਾਰਗੇਟ ਆ ਲੋਕ, ਸੰਤਾਂ ਦਾ ਟਾਰਗੇਟ ਆ ਪਰਲੋਕ, ਬਸ। ਪਰਲੋਕ ਉਹਨਾਂ ਦਾ ਟਾਰਗੇਟ ਆ, ਲੋਕ ਕੋਈ ਟਾਰਗੇਟ ਨਹੀਂ। ਇੱਥੇ ਦਾ ਦੁੱਖ ਔਰ ਸੁੱਖ ਬਰਾਬਰ ਹੈ ਉਹਨਾਂ ਨੂੰ, ਗਰੀਬੀ ਅਮੀਰੀ ਬਰਾਬਰ ਹੈ, ਬਲਕਿ ਇੱਥੇ ਦਾ ਦੁੱਖ ਚੰਗਾ, ਸੁੱਖ ਨਾਲ ਵੀ। ਦੁੱਖ ਦਾਰੂ ਹੈ, ਸੁੱਖ ਰੋਗ ਹੈ। ਇਹ ਦੋ ਅੱਡ ਅੱਡ ਮੱਤਾਂ ਨੇ। ਸਾਖਤਾਂ ਦੀ ਮੱਤ ਅੱਡ ਹੈ, ਸੰਤਾਂ ਦੀ ਮੱਤ ਅੱਡ ਹੈ। ਗੁਰਮਤ ਜਿੱਦਣ ਹੋਊਗੀ ਉਦਣ ਦੁੱਖ ਮੰਗਿਆ ਜਾਊਗਾ, ਸੁੱਖ ਨਹੀਂ ਮੰਗਿਆ ਜਾਣਾ। जब आओ की औद निदान बना अत ही रण में तब जूझ मरूं, वो बहुत मंगी जाऊं। गगन तमामा बाजिया पड़िया निशाने खाओ, खेत जो मांडे सूरमा अब जूझण को दो, फिर तो मंगया जाऊंगा। फिर मंगे ही कुछ हो, नानक मांगे नामदान कृपा करो हरे। फिर साचे नाम की लागा भूख, उत भूखे खाए चलिए दुख। संसारी भुख नहीं कोई भी। ये हो रहे गम है, गुरमत की विचारधारा ही हो रहा है। संसारी विचारधारावां हो इस वक्त साढ़े कोल जिहड़ी विचारधारा है, असी गुरबाणी पढ़ते जरूर हाँ, पर अर्थाया इस तरीके नाल है सारी विचारधारा बना ली। कथा कहानियां यह जिहियां बना लिया, झूठ इन्ना बोल लिया विच, कपट इन्ना कर लिया, कपटी लोगों ने कपट इन्ना भर दिता ग्रंथां च, साखियां बना बना के कि वो सारी संसारी मत बना के रखती। आ लोभ पूरा होगा हो, लालच लोभ दे दे के बई बहुते लोगों की भीड़ इकट्ठी कर ली। अपने नाल वध तो वध लोग किवें जोड़िए, दूजियां मतां दे लोग अपने नाल किवें जोड़िए, अपनी पार्टी नूं किवें तगड़ी करी। पर लोग की कोई गल नहीं, पर लोग तो की लेना, पर लोग की गल त्यागी हुई है सब ने। गुरबाणी कहती है लोग सुखी पर लोग सहेले, लोग सुखी पर लोग सहेले, नानक हर प्रभ आपे मिले। इतने प्रलोक की तो गल कोई नहीं कर रहा, संसार की गल कर रहे। जोत गुरमति समझ आई, हेरत हेरत हे सखी होए रही हैरान। ये तो गल ही हो रहा। जिदन दुनिया नूं सिखां नूं समझ आऊगी, हैरान हो जाणगे भी ये सारा ही पट्टी मेस की पई है साडी। इसे करके तो थोसरा नहीं मिलता किसी नूं, सैमीनार करी जाते ने, पता किसी नूं भी कुछ नहीं। और नाम के सैमीनार अज कर रहे हो तुसी, ये मतलब नाम बारे थोनू तुसी क्लीयर नहीं नाम बारे है भी नाम की होता। क्योंकि नाम दे जो लक्षण ने, नाम दे जो प्राप्तियां ने नाम ते मिलने के बाद वो पूरियां नहीं होंदियां। नाम जिन्हों मिलिया है, जिन्हें जपिया है, उन्होंने जो प्राप्तियां होंदियां ने वो सानू हो नहीं रही। नाम जप रहे हैं, अवस्था वो बढ़ नहीं रही। इस करके उस नाम से सानू शक है, चाहे जपी जाने शक है सारे भी दवाई ठीक नहीं है जी असीं खा रहे हैं, आराम नहीं आ रहा।
ਚੈਨ ਕਿਸੇ ਨੂੰ ਨਹੀਂ ਹੈ। ਬਿਮਾਰੀ ਦੇ ਲੱਛਣ ਜਿਉਂਦੇ ਤਿਉਂ ਨੇ, ਦਵਾਈ ਖਾਈ ਜਾਂਦੇ। ਇਹਦਾ ਮਤਲਬ ਦਵਾਈ ਡੁਪਲੀਕੇਟ ਹੈ। ਜਦ ਸਹੀ ਦਵਾਈ ਮਿਲੂਗੀ ਜਦ ਹੀ ਗ੍ਰਾਫ ਥੱਲੇ ਨੂੰ ਮੋੜ ਲੱਗ ਜੂ ਬਿਮਾਰੀ ਦਾ। ਹੌਲੀ ਹੌਲੀ ਟੈਂਪਰੇਚਰ ਆਪੇ ਰੋਜ਼ ਥੱਲੇ ਨੂੰ ਮੋੜ ਲੱਗ ਜੂ। ਮਨ ਸਹਿਜ ਵਿੱਚ ਆਉਣਾ ਸ਼ੁਰੂ ਹੋ ਜੂਗਾ। ਸਹਿਜ ਦਾ ਮਤਲਬ ਹੈ ਮਨ 'ਚ ਟਿਕਾਉਣਾ ਸ਼ੁਰੂ ਹੋ ਜੂਗਾ। ਮਨ ਸਹਿਜ ਦਾ ਅਰਥ ਹੈ ਮਨ ਦਾ ਟਿਕਣਾ। ਜਿਉਂ ਮਨ ਟਿਕੀ ਜਾਂਦਾ ਹੈ, ਟਿਕਦਾ ਕਰਦਾ ਜਿਉਂ ਸਮਝ ਆਉਂਦੀ ਹੈ। ਗਿਆਨ ਜਿਉਂ ਗਿਆਨ ਮਿਲਦਾ ਤੇ ਉੱਥੇ ਮਨ ਟਿਕੀ ਜਾਂਦਾ। ਸਹਿਜ ਦਾ ਮਤਲਬ ਹੈ ਗਿਆਨ ਅਵਸਥਾ। ਹਿਰਤ ਹਿਰਤ ਹੈ ਸਖੀ ਹੋਈ ਰਹੀ ਹੈਰਾਨ, ਹਉ ਹਉ ਕਰਤੀ ਮੈਂ ਮੁਈ ਸ਼ਬਦ ਰਵੈ ਮਨ ਗਿਆਨ। ਹੋ ਕਰਤੀ ਮੈਂ ਹੋਈ, ਜਿੰਨਾ ਚਿਰ ਹੋ ਮੈਂ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਜਬ ਲੱਗ ਜਾਣੇ ਮੈਂ ਕੁਛ ਕਰਤਾ। ਜਿੰਨਾ ਚਿਰ ਮੈਂ ਆਪਣੇ ਆਪ ਨੂੰ ਕੁਛ ਕਰਦਾ ਕਰਨ ਦੇ ਕਾਬਲ ਸਮਝਦਾ ਰਿਹਾ, ਉਹਨਾਂ ਚਿਰ ਜਨਮ ਮਰਨ ਨਹੀਂ ਮੁੱਕਿਆ, ਮਰਦੀ ਹੋ ਰਹੀ। ਹੋ ਕਰਤੀ ਮੈਂ ਮੁਈ ਦਾ ਮਤਲਬ ਮੈਂ ਮਰਦੀ ਰਹੀ। ਮੈਂ ਮੂਈ ਦਾ ਮਤਲਬ ਨਹੀਂ ਮੈਂ ਮਰ ਚੁੱਕੀ। ਫਿਰ ਬੋਲਦਾ ਕੌਣ? ਬੋਲਦਾ ਫਿਰ ਕੌਣ? ਮਰਦੀ ਰਹੀ, ਜਮਦੀ ਮਰਦੀ ਰਹੀ। ਹੋ ਕਰਤੀ, ਜਿੰਨਾ ਚਿਰ ਹੋ ਕਰਦੀ ਰਹੀ ਉਹਨਾਂ ਚਿਰ ਅਕਲ ਮਾਰੀ ਜਾਂਦੀ ਰਹੀ। ਹਰ ਵਾਰ ਅਕਲ, ਹਰ ਜਿੰਨੀ ਕੁ ਅਕਲ ਲੈ ਕੇ ਆਉਂਦਾ ਸੀ ਨਾ ਓਨੀਓ ਮਾਰੀ ਜਾਂਦੀ ਸੀ। ਮਤਲਬ ਓਨੀਓ ਨੁਕਸਾਨ ਕਰਾ ਕੇ ਚਲਾ ਜਾਂਦਾ ਸੀ। ਜੁਹਾਰੀ ਜੂਆ ਹਾਰ ਕੇ ਚਲਾ ਜਾਂਦਾ ਸੀ। ਪ੍ਰਾਇਸ਼ਚਿਤ ਕਰਦਾ ਸੀ ਤ੍ਰੇਤੇ 'ਚ। ਪਛਤਾਵਾ ਵੀ ਭਗਤੀ ਹੈ। ਪ੍ਰਾਇਸ਼ਚਿਤ ਪਛਤਾਤਾਪ ਕਰਨਾ ਗਲਤੀਆਂ ਤੇ ਭਗਤੀ ਹੈ। ਇੱਕ ਤ੍ਰੇਤੇ 'ਚ ਹੋਰ ਕੁਝ ਨਹੀਂ ਕਰ ਸਕਦਾ। ਸਵਾਏ ਪਛਤਾਵੇ ਤੇ ਕੁਝ ਨਹੀਂ ਕਰ ਸਕਦਾ। ਫੇਲ ਹੋ ਕੇ ਬੱਚਾ ਕੀ ਕਰੂਗਾ? ਪਛਤਾਵਾ ਹੀ ਕਰੂਗਾ। ਸਾਰਾ ਸਾਲ ਕੰਮ ਨਹੀਂ ਕੀਤਾ, ਇਮਤਿਹਾਨ ਆਇਆ, ਫੇਲ ਹੋ ਗਿਆ, ਕੀ ਕਰੂਗਾ? ਪਛਤਾਵੇ ਤੇ ਸਵਾ ਕੀ ਕਰੂਗਾ? ਪਛਤਾਵੇ ਨਾਲ ਵੀ ਸੁਧਾਰ ਆਉਂਦਾ। ਪ੍ਰਾਇਸ਼ਚਿਤ ਕੀਤਾ, ਜਨਮ ਫਿਰ ਮਿਲ ਗਿਆ। ਫਿਰ ਉਹੀ ਆ, ਇੱਥੇ ਜਾ ਦੇਖਿਆ, ਇੱਥੇ ਆਇਆ ਸੰਸਾਰ ਨਾਲ ਰਲ ਕੇ, ਫਿਰ ਉਤਰੇ ਪੈ ਗਿਆ। ਫਿਰ ਫਾਹੀ ਹੱਥ ਹੈ ਕਊਆ, ਫਿਰ ਫਾਹੀ 'ਚ ਫਸ ਗਿਆ। ਫਿਰ ਪਛਤਾਵਾ ਅਬ ਕਿਆ ਹੁਆ, ਪੁੱਛਿਆ ਸੀ ਨਾ, ਫਿਰ ਆ ਹੋ ਗਿਆ। ਇਹ ਸਾਰੀ ਕਹਾਣੀ ਹੈ ਜੀਵ ਦੀ। ਕਿਵੇਂ ਜਨਮ ਦੇ ਹੁੰਦੇ ਨੇ, ਕਿਵੇਂ ਫਸ ਜਾਂਦਾ, ਕਿਵੇਂ ਪਛਤਾਉਂਦਾ। ਜਦ ਗੁਰਮਤਿ ਮਿਲਦੀ ਹੈ ਕਿਵੇਂ ਹੈਰਾਨ ਹੁੰਦਾ। ਹੈਰਾਨ ਤਾਂ ਜਿਹੜਾ ਹੈਰਾਨ ਹੁੰਦਾ ਉਹ ਤਾਂ ਗੁਰਮੁਖ ਬਣ ਗਿਆ। ਫਿਰ ਉਹ ਸਿੱਖ ਬਣ ਗਿਆ, ਫਿਰ ਉਹ ਛੁੱਟ ਗਿਆ। ਫਿਰ ਉਹਦੇ ਵਾਸਤੇ ਇਹ ਛੁੱਟੇ, ਫਿਰ ਫਾਸ ਨਾ ਪਾਏ। ਉਹ ਇਸ ਤਰੀਕੇ ਨਾਲ ਛੁੱਟਦਾ, ਫਿਰ ਫਾਸ ਪਾਉਂਦਾ ਹੀ ਨਹੀਂ। ਫਿਰ ਨਹੀਂ ਫਾਸ ਪੈਂਦੀ ਉਹਨੂੰ। ਹਉ ਹਉ ਕਰਤੀ ਮੈਂ ਮੁਈ ਸ਼ਬਦ ਰਵੈ ਮਨ ਗਿਆਨ। ਸ਼ਬਦ ਰਵੈ ਮਨ ਗਿਆਨ। ਪਰ ਜੇ ਉਪਦੇਸ਼ ਜਿਹੜਾ ਹੈ ਇਹ ਕਿਤੇ ਇਹਦੇ ਅੰਦਰ ਅਸਰ ਕਰ ਜਵੇ, ਜੇ ਇਹਦੇ ਅੰਦਰ ਇਹ ਸੁੱਤੇ ਸੋ ਰਹੇ ਮੁੱਦੇ ਪਵਨ ਚ ਘੋਰਿਆ, ਜੇ ਇਹਦੇ ਕੰਨ 'ਚ ਗੁਰਮਤਿ ਦੀ ਗੱਲ ਪਵੇ, ਇਹਦੇ ਅੰਦਰ ਖਲਬਲੀ ਮਚਾ ਦੇਵੇ ਗੱਲ ਵੀ ਉਹ ਗੱਲ ਤਾਂ ਹੈ। ਅਸੀਂ ਤਾਂ ਕਹਿੰਦੇ ਸੁਣਦੇ ਹਾਂ ਲੋਕ ਕੀ ਕਰਦੇ ਨੇ, ਕਿਹਾ ਹੋਇਆ ਕੀ ਹੈ। ਜੇ ਇਹਦੇ ਅੰਦਰ ਸ਼ਬਦ ਰਵ ਜਵੇ, ਜਿਵੇਂ ਚੀਨੀ ਜੇ ਪਾਣੀ 'ਚ ਘੁਲ ਜਵੇ ਤਾਂ ਪਾਣੀ ਮਿੱਠਾ ਹੁੰਦਾ। ਗੁੜ ਨੂੰ ਪਾਣੀ 'ਚ ਸਿੱਟ ਦੋ, ਜਿੰਨਾ ਚਿਰ ਘੁਲਦਾ ਨਹੀਂ ਪਾਣੀ ਮਿੱਠਾ ਨਹੀਂ ਹੁੰਦਾ। ਪਿਆਰ ਹੈ ਵਿੱਚ ਘੁਲਿਆ ਹੀ ਨਹੀਂ, ਮਿੱਠਾ ਕਿਵੇਂ ਹੋ? ਜਿੰਨਾ ਚਿਰ ਸ਼ਬਦ ਰਵਿਆ ਨਹੀਂ ਸਾਡੇ ਮਨ ਦੇ ਵਿੱਚ, ਉਹਨਾਂ ਚਿਰ ਇਹਦਾ ਅਸਰ ਕੋਈ ਨਹੀਂ ਹੁੰਦਾ। ਸ਼ਬਦ ਜਾਂ ਰਵਦਾ ਨਾ ਤਾਂ ਮਨ ਦੇ ਗਿਆਨ ਹੁੰਦਾ ਹੈ। ਸ਼ਬਦ ਰਵੈ ਮਨ ਗਿਆਨ। ਜਾਂ ਸ਼ਬਦ ਦਾ ਅਸਰ ਹੁੰਦਾ ਹੈ, ਜਦ ਸ਼ਬਦ ਨੂੰ ਮੰਨ ਲੈਂਦਾ ਹੈ ਗੁਰਬਾਣੀ ਨੂੰ, ਫਿਰ ਇਹਦਾ ਗਿਆਨ ਹੁੰਦਾ ਹੈ। ਮੰਨੇ ਦੇ ਬਿਨਾਂ ਰਵਦਾ ਨਹੀਂ, ਹਜ਼ਮੇ ਨਹੀਂ ਹੁੰਦੀ। ਜਦ ਗੱਲ ਜੋ ਚੀਜ਼ ਹਜ਼ਮ ਹੋ ਗਈ ਉਹ ਸਾਡੇ ਸਰੀਰ, ਜੇ ਮਿਹਦੇ 'ਚ ਪਈ ਚੀਜ਼ ਉਵੇਂ ਪਈ ਹੈ,
ਪਈ ਆ ਬਸ। ਉਹ ਰਵਿਆ ਜਿੰਨਾ ਹਜਮ ਹੋ ਗਿਆ ਉਹਨਾਂ ਰਵ ਗਿਆ ਸਰੀਰ 'ਚ। ਜਿੰਨੀ ਚੀਜ਼ ਹਜਮ ਹੋ ਗਿਆ ਰਸ ਉਹਨਾਂ ਸਰੀਰ ਦਾ ਹਿੱਸਾ ਬਣ ਗਿਆ। ਜਿੰਨੀ ਇਹਦੀ ਸੋਝੀ ਬਣਦੀ ਆਈ ਮਨ ਦਾ ਹਿੱਸਾ ਬਣ ਗਈ। ਉਹ ਮਨ ਦੇ ਵਿੱਚ ਚਾਲਣ ਕਰਤਾ। ਸ਼ਬਦ ਰਵਾ ਮਨ ਗਿਆ। ਹਾਰ ਡੋਰ ਕੰਕਣ ਘਣੇ ਕਰ ਥਾਕੀ ਸ਼ਿੰਗਾਰ। ਪਹਿਲਾਂ ਕੀ ਕੀਤਾ? ਬਥੇਰੇ ਬਾਣੇ ਪਾਏ ਅਲੱਗ-ਅਲੱਗ ਕਿਸਮ ਦੇ। ਵਿਸ਼ਨੂੰ ਦੇ ਭਗਤ ਰਾਜੇ ਬਣਦੇ ਰਹੇ ਪਹਿਲਾਂ ਕਈ ਜਨਮਾਂ ਦੇ ਵਿੱਚ। ਕਈ ਮਾਲਾ ਪਾਉਂਦੇ ਨੇ, ਕਾਲਾ ਮੋਤੀਆਂ ਦੀਆਂ ਮਾਲਾ ਪਾਉਂਦੇ ਨੇ। ਹਾਰ ਡੋਰ ਕੰਕਣ ਘਣੇ ਕੰਗਣ ਪਾਉਂਦੇ ਨੇ। ਕੰਗਣ ਨੂੰ ਕਹਿੰਦੇ। ਸ਼ਿਵ ਜੀ ਦੇ ਕੜੇ ਪਾਏ ਹੁੰਦੇ ਨੇ, ਕੰਨਾਂ 'ਚ ਉਹ ਪਾਏ ਹੁੰਦੇ ਨੇ। ਉਹ ਉੱਪਰ ਲਾਲ ਜਿਹੜਾ ਉਹ ਕੁੰਡਲ ਪਾ ਕੇ ਕੰਨਾਂ ਦੇ ਵਿੱਚ ਉੱਤੇ ਲਾਲ ਜੜੇ ਹੁੰਦੇ ਨੇ। ਇਹੋ ਜਿਹੇ ਸ਼ਿੰਗਾਰ ਬਥੇਰੇ ਕੀਤੇ। ਬੜੇ ਅਮੀਰੀ ਕੱਟੀ ਧਰਮ ਦੇ ਵਿੱਚ ਵੀ। ਵਿਸ਼ਨੂੰ ਬਣ ਕੇ ਰਾਜਾ ਬਣ ਕੇ ਵੀ ਬੜੀ ਅਮੀਰੀ ਕੀਤੀ। ਬੜੇ ਹਾਰ ਪਾਏ, ਬੜੇ ਕੰਗਣ ਪਾਏ, ਬੜਾ ਹਾਰ ਸ਼ਿੰਗਾਰ ਕੀਤਾ ਵੀ ਮੈਨੂੰ ਬੜੀ ਪਦਵੀ ਮਿਲੀ ਹੈ। ਮੈਂ ਵਿਸ਼ਨੂੰ ਆਪਣੇ ਆਪ ਨੂੰ ਅਵਤਾਰ ਮੰਨਦਾ ਨਾ। ਇਹ ਸ਼ਿਵ ਜੀ ਅਵਤਾਰ ਮੰਨਦਾ। ਦੋਏ ਪਰਮ ਗਿਆਨੀ ਨੇ, ਸੰਸਾਰੀ ਆਦਮੀ ਦੇ ਦੋਏ। ਹਾਰ ਡੋਰ ਕੰਕਣ ਘਣੇ ਕਰ ਥਾਕੀ ਸ਼ਿੰਗਾਰ। ਕੰਕਣ ਕੜਾ ਸ਼ਿਵ ਜੀ ਦੇ ਪਾਇਆ ਹੈ। ਹਾਰ ਡੋਰ ਹੁੰਦੇ ਨੇ ਵਿਸ਼ਨੂੰ ਦੇ ਪਾਏ ਹੋਏ। ਗਲ 'ਚ ਹਾਰ ਪਾਏ ਹੁੰਦੇ ਨੇ ਨਾ ਰਾਜਿਆਂ ਦੇ। ਸਿਰ ਤੇ ਤਾਜ ਹੁੰਦੇ ਨੇ। ਇਹ ਸ਼ਿੰਗਾਰ ਬਥੇਰੇ ਕਰ ਲਏ। ਖੈੜਾ ਨਹੀਂ ਛੁੱਟਿਆ, ਜਨਮ ਮਿਲਦਾ ਰਿਹਾ। ਮ੍ਰਿਤਿੂ ਹੁੰਦੀ ਰਹੀ, ਜਨਮ ਮਿਲਦਾ ਰਿਹਾ। ਮ੍ਰਿਤਿੂ ਹੁੰਦੀ ਰਹੀ, ਜਨਮ ਮਿਲਦਾ ਰਿਹਾ। ਧਰਮ ਦੀ ਸੋਝੀ ਨਹੀਂ ਆਈ, ਛੁੱਟਣ ਦੀ ਸਮਝ ਨਹੀਂ ਆਈ ਵੀ ਛੁੱਟਣਾ ਕਿਵੇਂ। ਮੇਰਾ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ। ਮਿਲ ਪ੍ਰੀਤਮ ਸੁਖ ਪਾਇਆ। ਜਦ ਪ੍ਰੀਤਮ ਕੌਣ? ਜਿਹੜਾ ਸੰਸਾਰ ਦਾ ਸਾਰਾ ਸੰਸਾਰ ਜਿਹਨੇ ਪੈਦਾ ਕੀਤਾ ਔਰ ਜਿਹਨੂੰ ਸਾਰੇ ਸੰਸਾਰ ਦੀ ਚਿੰਤਾ ਹੈ, ਉਹ ਪ੍ਰੀਤਮ। ਸਾਰੇ ਸੰਸਾਰ ਨਾਲ ਜਿਹੜਾ ਪ੍ਰੀਤ ਕਰਦਾ ਉਹੀ ਪ੍ਰੀਤਮ ਹੈ। ਅਸੀਂ ਤਾਂ ਇੱਕ ਦੂਏ ਨਾਲ ਕਰਦੇ ਹੀ ਨਹੀਂ ਪ੍ਰੀਤ। ਸ਼ਿਵ ਜੀ ਵਿਸ਼ਨੂੰ ਦੇ ਭਗਤਾਂ ਨਾਲ ਨਹੀਂ ਕਰਦਾ ਪ੍ਰੀਤ। ਵਿਸ਼ਨੂੰ ਸ਼ਿਵ ਜੀ ਦੇ ਭਗਤਾਂ ਨਾਲ ਨਹੀਂ ਕਰਦਾ। ਸਾਰਿਆਂ ਨਾਲ ਕੌਣ ਕਰਦਾ? ਸਾਰੇ ਜੀ ਜੰਤ ਦਾ ਠਾਕੁਰ ਕੌਣ ਹੈ? ਸਾਰੇ ਜੀ ਜਾਤ ਦਾ ਪਾਲਣਹਾਰ ਕੌਣ ਹੈ? ਜੀ ਜੰਤ ਕੇ ਠਾਕਰਾ ਸਭ ਕੋ ਬਖਸ਼ਣਹਾਰ। ਸਾਰਿਆਂ ਨੂੰ ਬਖਸ਼ਿਸ਼ਾਂ ਕੌਣ ਕਰਦਾ? ਜਿਹੜੀ ਚੀਜ਼ ਦੀ ਲੋੜ ਹੈ, ਲੋੜਾਂ ਪੂਰੀਆਂ ਕੌਣ ਕਰਦਾ? ਸਾਰਿਆਂ ਦੀਆਂ। ਉਹ ਪ੍ਰੀਤਮ। ਮਿਲ ਪ੍ਰੀਤਮ ਸੁਖ ਪਾਇਆ। ਜਦ ਉਹ ਪ੍ਰੀਤਮ ਮਿਲਿਆ, ਜਦ ਹੁਕਮ ਮਿਲਿਆ, ਹੁਕਮ ਨਾਲ ਸੁਰਤ ਸ਼ਬਦ ਦਾ ਮੇਲ ਹੋਇਆ, ਸਗਲ ਗੁਣਾ ਗਲ ਹਾਰ। ਬਸ ਸਾਰੇ ਗੁਣਾਂ ਦਾ ਗੁਣ ਧਾਰਨਾ। ਫਿਰ ਗੁਣਾਂ ਦਾ ਹਾਰ ਪਾਇਆ। ਕਿਉਂਕਿ ਸਰੀਰ, ਉਹ ਸਰੀਰ ਦੇ ਹਾਰ ਪਾਉਂਦੇ ਤੇ ਇਹਨੇ ਆਤਮਾ ਦੇ ਜਿਹੜਾ ਹਾਰ ਪਊਗਾ ਗੁਣਾਂ ਦਾ ਪਊਗਾ। ਸਰੀਰ ਦੇ ਜਿਹੜਾ ਹਾਰ ਪਊਗਾ ਉਹ ਜਿਹੜੇ ਪਾਉਂਦੇ ਨੇ ਹਾਰ ਵਿਸ਼ਨੂੰ ਦੇ ਰਾਜੇ, ਉਹ ਪਊਗਾ। ਕੋਈ ਫੁੱਲਾਂ ਦਾ ਪਾ ਲਓ, ਕੋਈ ਮੋਤੀਆਂ ਦਾ ਪਾ ਲਓ। ਨਾਨਕ ਗੁਰਮੁਖੀ ਪਾਈ। ਇੱਥੇ ਮੋਤੀਆਂ ਦਾ ਹਾਰ ਹੋਊਗਾ, ਇੱਥੇ ਫੁੱਲਾਂ ਦਾ ਹੋਊਗਾ। ਦਰਗਾਹ 'ਚ ਖੜਿਆ ਨੂੰ ਜੁੱਤੀਆਂ ਦਾ ਲੱਗਦਾ ਹਾਰ। ਇੱਥੇ ਦੀ ਦ੍ਰਿਸ਼ਟੀ ਜਿਹੜੇ ਜੋ ਵੀ ਚੀਜ਼ ਹੈ ਮਾਇਆ, ਦਰਗਾਹ ਵਾਲਿਆਂ ਵਾਸਤੇ ਵੇਖਾ ਨਾ। ਇਸ ਕਰਕੇ ਜੁੱਤੀ ਨੂੰ ਵੇਖਤਾ, ਜੁੱਤੀ ਨੂੰ ਵੀ ਭੈੜੀ ਹੈ। ਜੁੱਤੀ ਨੂੰ ਹੱਥ ਲਾ ਕੇ ਆਪਾਂ ਰੋਟੀ ਨਹੀਂ ਖਾਂਦੇ ਧੋਦੇ। ਵੇਖ ਨੂੰ ਹੱਥ ਲਾ ਕੇ ਵੀ ਰੋਟੀ ਖਾਂਦੇ। ਘਟੀਆ ਚੀਜ਼ ਦਾ ਨਾਮ ਵੇਖ, ਸਭ ਤੋਂ ਘਟੀਆ ਚੀਜ਼ ਦਾ ਨਾਮ। ਫਿਰ ਮਾਇਆ ਤਾਂ ਵੇਖ ਹੈ। ਇਹ ਹਰ ਦਰਗਾਹ ਵਾਲਿਆਂ ਵਾਸਤੇ ਵੇਖ ਨੇ। ਸਾਡੇ ਵਾਸਤੇ ਇਹ ਜਿਹੜਾ ਹੈਗਾ ਚੌਧਰ ਹੈ, ਵਡਿਆਈ ਹੈ,
ਉੱਥੇ ਵਾਲਿਆਂ ਵਾਸਤੇ ਨੀਚਤਾ ਹੈ। ਆਪਨ ਕੋ ਜੋ ਜਾਣੇ ਉੱਚਾ, ਸੋਈ ਕਣੀਆਂ ਸਭ ਤੇ ਨੀਚਾ। ਜੁੱਤੀਆਂ ਦਾ ਹਾਰ ਕਿਹਦੇ ਪਾਈਦਾ? ਜਿਹਨੂੰ ਨੀਚਾ ਦਿਖਾਉਣਾ ਹੋਵੇ। ਕਹਿੰਦੇ ਹੁਣ ਆਕੜੇ ਹੱਥੇ ਤੇ ਜੁੱਤੀਆਂ ਦਾ ਹਾਰ ਪਾ ਕੇ ਫਿਰ ਉਹਨੂੰ ਸ਼ਹਿਰ 'ਚ ਕਾਲਾ ਮੂੰਹ ਕਰਕੇ ਨੀਚਾ ਦਿਖਾਉਣ ਵਾਸਤੇ ਇਹਦੀ ਆਕੜ ਜਿਹੜੀ ਹੈ ਹੋ ਜਾਏ। ਦਰਗਾਹ 'ਚ ਹੰਕਾਰੀਆਂ ਨੂੰ ਨੀਚਾ ਦਿਖਾਇਆ ਜਾਂਦਾ, ਨੀਚੀ ਦਿਖਾ ਨੀਚਾ ਨੀਚ ਮੰਨਿਆ ਜਾਂਦਾ। ਆਪਣ ਕੋ ਜੋ ਭਲਾ ਕਹਾਵੈ, ਜਿਹੜਾ ਰੋਕਦਾ ਨਹੀਂ ਨਾ ਸੰਤ ਆਪਣੇ ਆਪ ਨੂੰ ਸੰਤ ਕਹਿਣ ਤੇ ਜਾਂ ਗੁਰੂ ਕਹਿਣ ਤੇ, ਭਲਾ ਕਹਾਉਂਦਾ ਇਹਦਾ ਮਤਲਬ। ਬੋਰਡ ਲਾਉਂਦਾ ਸੰਤ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਇਹ ਉਹ। ਭਾਵੇਂ ਲੋਕਾਂ ਨੂੰ ਕਹਿੰਦੇ ਜੀ ਮੈਂ ਤਾਂ ਕਹਿਣਾ ਨਹੀਂ, ਇਹ ਕਰੀ ਜਾਂਦੇ ਨੇ, ਇਹ ਤਾਂ ਕਹਿਣ ਦੀ ਗੱਲ ਹੈ ਨਾ। ਕਿਸੇ ਭਲਾਈ ਡਾਕਟਰ ਉਹਦੇ ਨੇੜੇ ਤੇੜੇ ਵੀ ਭਲਾਈ ਨਹੀਂ। ਮਹਾ ਕਪਟੀ ਆਦਮੀ ਹੁੰਦਾ, ਕਿਸੇ ਦਾ ਭਲਾ ਕਰੇ ਨਹੀਂ ਸਕਦਾ। ਇਹ ਗੁਰਬਾਣੀ ਦੀਆਂ ਮੁਕਤੀਆਂ ਸਾਰੀ, ਔਰ ਹੈ ਵੀ ਕਪਟੀ। ਉਹ ਕੀ ਲੋੜ ਹੈ ਤੁਹਾਨੂੰ ਇਹ ਕਹਿਣ ਦੀ? ਕਦੇ ਖੁਸ਼ਬੂ ਨੇ ਕਦੇ ਨਹੀਂ ਕਿਹਾ ਵੀ ਮੈਂ ਖੁਸ਼ਬੂ ਹਾਂ। ਜਿੱਧਰ ਜਾਂਦੀ ਆਪੇ ਪਤਾ ਲੱਗ ਜਾਂਦਾ। ਲੋਕ ਕਹਿੰਦੇ ਨੇ ਖੁਸ਼ਬੂ ਹੈ, ਉਹਨੂੰ ਕੀ ਲੋੜ ਹੈ ਕਹਿਣ ਦੀ? ਹਵਾ ਚੱਲਦੀ ਹੈ, ਜਿੱਧਰੋਂ ਹਵਾ ਜਾਂਦੀ ਹੈ ਉਹਨੂੰ ਦੱਸਣ ਦੀ ਲੋੜ ਨਹੀਂ। ਸੂਰਜ ਨੇ ਕਦੇ ਨਹੀਂ ਦੱਸਿਆ ਵੀ ਮੈਂ ਆ ਗਿਆ। ਕਿਸੇ ਨੂੰ ਹਾਕਾ ਨਹੀਂ ਮਾਰਦਾ ਵੀ ਮੈਂ ਆ ਗਿਆ, ਤੁਸੀਂ ਉੱਠ ਖੜੋ, ਚੜ੍ਹਦਾ ਪਤਾ ਲੱਗ ਜਾਂਦਾ। ਨਾਨਕ ਗੁਰਮੁਖੀ ਪਾਈਐ ਹਰਿ ਸਿਉ ਪ੍ਰੀਤ ਪਿਆਰ। ਨਾਨਕ ਗੁਰਮੁਖੀ ਪਾਈ ਹੈ। ਨਾਨਕ ਕਹਿੰਦੇ ਨੇ ਗੁਰਮੁਖੀ ਪਾਈ ਹੈ, ਗੁਰਮੁਖ ਨੇ ਪ੍ਰਾਪਤ ਕੀਤਾ। ਜਿਹੜੇ ਗੁਰਮੁਖੀ ਬੁੱਧੀ ਹੈ ਜਿਨ੍ਹਾਂ ਦੀ, ਉਹਨਾਂ ਨੂੰ ਪ੍ਰਾਪਤੀ ਹੋਈ ਹੈ ਕਿਹਦੀ? ਪ੍ਰੀਤਮ ਦੀ। ਉਹਨਾਂ ਨੂੰ ਪਤਾ ਲੱਗਿਆ ਪ੍ਰੀਤਮ ਕੌਣ। ਹਰ ਬਿਨ ਕਿਨੀ ਸੁਖ ਪਾਇਆ, ਦੇਖੋ ਮਨ ਵਿਚਾਰ। ਹਰ ਤੇ ਬਿਨਾਂ ਆਪਣੇ ਹਰ ਕੌਣ ਹੈ? ਸਾਡਾ ਮੂਲ ਹਰ ਹੈ। ਹਰ ਜਿਉ, ਹਰ ਕੋਮਲ ਹੋਣਾ, ਹਰ ਜਿਉ ਗੁਫਾ ਅੰਦਰ ਰੱਖ ਕੇ ਅਨੰਦ ਸਾਹਿਬ, ਹਰ ਨੇ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਤਾਂ ਬਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰੂ ਦੁਆਰੇ ਲਾਏ ਭਾਵ ਨਿਕਣਾ, 10ਵਾਂ ਦੁਆਰ ਦਿਖਾਇਆ। ਹਰ ਜਿਹੜਾ ਸਾਡਾ ਮੂਲ, ਹਰ ਮੂਲ ਹੈ ਸਾਡਾ। ਇਹ ਜੀਓ ਹੈ, ਹਰ ਤੋਂ ਪੈਦਾ ਹੋਇਆ ਹੈ। ਹਰ ਰਾਮ ਨੂੰ ਕਿਹਾ, ਰਾਮ ਔਰ ਹਰ ਕੋਈ ਗੱਲ ਹੈ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਇਹ ਉਹਦੀ ਅੰਸ਼। ਜਿਵੇਂ ਸੂਰਜ ਤੋਂ ਕਿਰਨ ਪੈਦਾ ਹੁੰਦੀ ਹੈ, ਦੀਵੇ ਤੋਂ ਲਾਈਟ ਪੈਦਾ ਹੁੰਦੀ ਹੈ, ਤੱਤ ਤੋਂ ਤੇਲ ਤੋਂ ਲਾਈਟ ਪੈਦਾ ਹੁੰਦੀ ਹੈ। ਉਹ ਤੱਤ ਹੈ, ਇਹ ਲਾਈਟ ਹੈ। ਹਰ ਤੱਤ ਹੈ, ਤੱਤ ਰੂਪ ਹੈ। ਹਰੀ ਬਿਨ ਕਿਨੀ ਸੁਖ ਪਾਇਆ, ਦੇਖੋ ਮਨ ਵਿਚਾਰ। ਉਹਦੇ ਬਿਨਾਂ ਸੁੱਖ, ਉਹਦੇ ਨਾਲ ਜੁੜ ਕੇ ਸੁੱਖ ਹੈ। ਦੇਖੋ ਮਨ ਵਿਚਾਰ, ਇਹ ਮਨ 'ਚ ਵਿਚਾਰ ਕੇ ਦੇਖ ਲਓ। ਜੇ ਹਰ ਦਾ ਦਰਸ਼ਨ ਕਰਾਂਗੇ, ਹਰ ਚੋਂ ਪੈਦਾ ਹੋ ਕੇ ਹਰ ਦਾ ਹੀ ਦਰਸ਼ਨ ਕਰਾਂਗੇ, ਫਿਰ ਸੁੱਖ ਹੈ। ਜੇ ਸੰਸਾਰ ਦਾ ਦਰਸ਼ਨ ਕਰਾਂਗੇ ਫਿਰ ਦੁੱਖ ਹੈ। ਹਰ ਤੋਂ ਪੈਦਾ ਹੋ ਕੇ ਹਰ ਨਾਲ ਜੁੜਾਂਗੇ, ਫਿਰ ਸਾਬਤ ਸੂਰਤ ਬਣ ਗਏ। ਜੇ ਹਰ ਤੋਂ ਪੈਦਾ ਹੋ ਕੇ ਅੱਖਾਂ ਕੰਨਾਂ ਤੇ ਸੰਸਾਰ ਨਾਲ ਜੁੜਾਂਗੇ, ਅੱਗ ਨਾਲ ਜੁੜਾਂਗੇ, ਫਿਰ ਦੁੱਖ। ਪੈਦਾ ਸੰਸਾਰ, ਪੈਦਾ ਹਰ ਤੋਂ ਹੋ ਕੇ ਹਰ ਨਾਲ, ਇਹ ਹਰ ਨੂੰ ਦੇਖਣਾ। ਆਪਣੇ ਦਰਬਾਰ में ਸਿਰ ਨੀਵਾਂ ਕਰਦੇ। ਹਰ ਅੰਦਰ ਹੈ, ਸਭਾ ਘਟ ਰਾਮ ਬੋਲ। ਹਰੀ ਪੜਨਾ, ਸਭਾ ਘਟ ਰਾਮ ਬੋਲੇ। ਜਿੱਥੇ ਘਟ ਹੈ ਉੱਥੇ ਰਾਮ।
ਕਣ ਵਿੱਚ ਘੱਟ ਨਹੀਂ ਹੁੰਦਾ। ਜਿਹੜਾ ਕਹਿੰਦਾ ਕਣ ਕਣ 'ਚ ਹੈ, ਕਣ ਵਿੱਚ ਘੱਟ ਨਹੀਂ ਹੁੰਦਾ, ਕਣ ਵਿੱਚ ਘੱਟ ਨਹੀਂ ਹੁੰਦਾ। ਜਿੱਥੇ ਜੀ ਹੈ ਉੱਥੇ ਘੱਟ ਹੈ। ਜੀ ਕਿੱਥੇ, ਜੀਵਨ ਕਿੱਥੇ? ਜਿੱਥੇ ਜੀਵਨ ਹੈ ਉੱਥੇ ਘੱਟ ਹੈ। ਜਿੱਥੇ ਜੀਵਨ ਹੈ ਉੱਥੇ ਉਦਰ ਹੈ, ਪੇਟ ਹੈ। ਜਿਹੜਾ ਕਣ ਹੈ ਉਹ ਵੱਧਦਾ ਨਹੀਂ, ਕੁਛ ਹੁੰਦਾ ਨਹੀਂ। ਕਣ ਤਾਂ ਵੱਧ ਜਾਵੇ, ਬਰੀਕ ਬੀਜ ਤੋਂ ਬਰੋਟਾ ਬਣ ਜਾਂਦਾ, ਪੈਦਾ ਹੋ ਜਾਂਦਾ, ਕਿ ਉੱਥੇ ਘੱਟ ਹੈ। ਜੀ ਹੈ ਉਹਦੇ 'ਚ। ਬਰੋਟੇ ਦਾ ਬੀਜ ਕਿੰਨਾ ਹੁੰਦਾ, ਤਾਂ ਕਿੱਡਾ ਵੱਡਾ ਬਰੋਟਾ ਹੋ ਜਾਂਦਾ। ਕਣ ਕਿਉਂ ਨਹੀਂ ਵੱਡਾ ਹੁੰਦਾ? ਜਿਹੜੇ ਲੋਕ ਕਣ ਕਣ 'ਚ ਕਹਿੰਦੇ ਨੇ ਉਹ ਉਹੀ ਨੇ ਜਿਹੜੀ ਮਤ ਵਾਲਾ ਗੁਰਮਤ ਸੁਣ ਕੇ ਹੈਰਾਨ ਤਾਂ ਹੁੰਦਾ। ਕਣ ਕਣ 'ਚ ਦੇਖਦਾ, ਕਣ ਕਣ 'ਚ ਹੈ ਨਹੀਂ, ਫਿਰ ਹੈਰਾਨ ਹੁੰਦਾ ਵੀ ਸਾਰੀ ਦੁਨੀਆ ਬਣਦੀ ਹੈ ਕਣ ਕਣ 'ਚ, ਕਣ ਕਣ 'ਚ ਹੈ ਨਹੀਂ। ਇਹ ਤਾਂ ਹੈਰਾਨੀ ਦੀ ਗੱਲ ਹੈ। ਸਭ ਲੋਕ ਪਾਗਲੇ ਨੇ, ਪਾਗਲੇ ਨੇ ਸਭ ਲੋਕ। ਜੇ ਕਣ ਕਣ 'ਚ ਫਿਰ ਅਲਿਪਤ ਕਿਵੇਂ ਉਹ? ਪਾਗਲ ਤਾਂ ਹੀ ਨੇ। ਅਲਿਪਤ ਵੀ ਮੰਨੀ ਜਾਂਦੇ ਨੇ, ਕਣ ਕਣ 'ਚ ਵੀ ਮੰਨੀ ਜਾਂਦੇ ਨੇ, ਫਿਰ ਅਲਿਪਤ ਕਿਵੇਂ ਹੋ ਗਿਆ? ਫਿਰ ਤਾਂ ਮਾਇਆ 'ਚ ਲਿਪਤ ਹੈ। ਜੇ ਕਣ ਕਣ 'ਚ ਫਿਰ ਮਾਇਆ 'ਚ ਲਿਪਤ ਵੀ ਹੈ। ਐਸਾ ਸਵਾਲ ਉਲਝਾ ਲਿਆ ਇਹਨਾਂ ਨੇ ਨਾ, ਤਾਂ ਹੀ ਇਹਦਾ ਹੱਲ ਨਹੀਂ ਹੁੰਦਾ। ਮੰਨ ਲਿਆ ਕਣ ਕਣ 'ਚ, ਐਸਾ ਉਲਝ ਗਿਆ ਇਹ ਸਵਾਲ ਇਹਨਾਂ ਦਾ। ਕਣ ਕਣ 'ਚ ਮੰਨੇ ਤੇ ਕੁਛ ਮਾਨਤਾਵਾਂ ਐਸੀਆਂ ਲੈ ਲਈਆਂ, ਹੁਣ ਇਹ ਸਵਾਲ ਹੱਲ ਨਹੀਂ ਹੋ ਸਕਦਾ। ਉਹ ਮਾਨਤਾਵਾਂ ਗਲਤ ਨੇ ਇਹਨਾਂ ਦੀਆਂ। ਐਵੇਂ ਪਰਮਾਤਮਾ 'ਚ ਲੀਨ ਹੋਣਾ, ਇਹ ਮਾਨਤਾਵਾਂ ਹੀ ਗਲਤ ਹੈ। ਪਰਮਾਤਮਾ 'ਚ ਲੀਨ ਨਹੀਂ ਹੋਣਾ, ਪਰਮਾਤਮਾ ਨੇ ਬਣਨਾ ਹੈ। ਇਹ ਹੈਰਾਨੀ ਦੀ ਗੱਲ ਹੈ। ਉਹ ਇਹਨੇ ਤਾਂ ਆਪ ਪਰਮਾਤਮਾ ਬਣਨਾ ਹੈ, ਪਰਮਾਤਮਾ ਕਿਹੜੇ 'ਚ ਲੀਨ ਹੋਣਾ ਨੇ? ਇੱਥੋਂ ਹੀ ਸਵਾਲ ਉਹਨਾਂ ਦੇ ਉਲਝੇ ਹੋਏ ਨੇ। ਜਿੰਨੀ ਆਤਮ ਜਾਣਿਆ ਪਰਮਾਤਮ ਸੋਈ। ਉਹ ਆਪ ਪਰਮਾਤਮ ਹੈ, ਪਰਮ ਆਤਮ ਹੈ। ਪਰਮਾਤਮਾ ਕੋਈ ਸ਼ਬਦ ਹੀ ਨਹੀਂ ਹੈ, ਪਰਮ ਆਤਮ ਸ਼ਬਦ ਹੈ। ਆਤਮਾ ਦੀ ਸਰਵ ਸ੍ਰੇਸ਼ਟ ਫਰਮ, ਸਰਵ ਸ੍ਰੇਸ਼ਟ ਸਰੂਪ ਆਤਮਾ ਦਾ ਪਰਮ ਆਤਮ। ਸਾਬਤ ਸੂਰਤ ਦਸਤਾਰ ਸਰਾ ਜਿਹਨੂੰ ਕਹਿੰਦੇ ਨੇ, ਉਹ ਪਰਮ ਆਤਮ ਹੈ। ਉਹ ਹੈ ਸਤਿਗੁਰ ਕਾ ਜੋ ਸਿੱਖਾ ਖਾਏ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ। ਉਹ ਸਿੱਖ ਹੈ, ਉਹ ਸਿੱਖ ਦੀ ਗੱਲ। ਉਹ ਪਰਮ ਆਤਮ ਦੇ ਬਰਾਬਰ ਹੈ। ਉਦੋਂ ਵੱਡੀ ਆਤਮਾ ਕੋਈ ਨਹੀਂ ਹੁੰਦੀ, ਉਦੋਂ ਵੱਡੀ ਤਰੱਕੀ ਆਤਮਾ ਨਹੀਂ ਕਰ ਸਕਦੀ। ਉਦੋਂ ਬਾਅਦ ਤਾਂ ਆਤਮਾ ਫਿਰ ਸ਼ਬਦ 'ਚ ਲੀਨ ਹੋ ਜਾਂਦੀ ਹੈ, ਬਸ ਫਿਰ ਲੀਨ ਹੋ ਜਾਂਦੀ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀ। ਫਿਰ ਤਾਂ ਉਹਨੇ, ਫਿਰ ਤਾਂ ਬੂੰਦ ਨੇ ਸਮੁੰਦਰ ਦੇ ਵਿੱਚ ਸਮਾਏ ਜਾਣਾ। ਫਿਰ ਤਾਂ ਜਿਹੜੀ ਉੱਡਦੀ ਸੀ ਧੂੜ ਦਾ ਖੜੋਕਾ ਆਕਾਸ਼ ਦੇ ਵਿੱਚ ਜ਼ਮੀਨ ਤੇ ਡਿੱਗ ਗਿਆ। ਜ਼ਮੀਨ ਦਾ ਪਾਰਟ ਬਣ ਗਿਆ, ਜ਼ਮੀਨ ਦੇ ਨਾਲ ਜੁੜ ਗਿਆ। ਵੱਖਰਾ ਨਹੀਂ ਹੈ। ਪਹਿਲਾਂ ਆਕਾਸ਼ ਵੱਖਰਾ ਸੀ, ਹੁਣ ਵੱਖਰਾ ਨਹੀਂ ਰਿਹਾ, ਸਾਰਿਆਂ ਦੇ ਨਾਲ ਜੁੜ ਗਿਆ। ਹਰੀ ਪੜਨਾ ਹਰੀ ਬੁੱਝਣਾ, ਹਰ ਪੜਨਾ ਹਰ ਬੁੱਝਣਾ। ਹਰੀ ਪੜ੍ਹ ਰੱਖੋ ਪਿਆਰ, ਹਰ ਸੇ ਰੱਖੋ ਪਿਆਰ। ਹਰ ਪੜਨਾ ਹਰ ਬੁੱਝਣਾ। ਪੜਨਾ ਹਰ ਹੈ। ਦੇਖੋ ਪੜਨਾ ਲਿਖਿਆ ਤੇ ਹਰ ਜਪਣਾ ਨਹੀਂ ਲਿਖਿਆ। ਪੜਨ ਦਾ ਮਤਲਬ ਸਮਝਣਾ ਹਰ ਕੀ ਹੈ। ਪੜ੍ਹ ਕੇ ਫਿਰ ਬੁੱਝਣਾ। ਬੁੱਝਣਾ ਤਾਂ ਪੜ੍ਹਨਾ ਪਹਿਲਾਂ ਤਾਂ ਸਮਝਣਾ ਬਾਹਰੋਂ ਹੈ, ਬੁੱਝਣਾ ਅੰਦਰੋਂ। ਪੜ੍ਹਨਾ ਤਾਂ ਬਾਹਰੋਂ ਹੈ, ਬੁੱਝਣਾ ਅੰਦਰੋਂ। ਸਮਝਣਾ ਬਾਹਰੋਂ ਹੈ, ਬੁੱਝਣਾ ਅੰਦਰੋਂ। ਹਰ ਪੜ੍ਹਨਾ ਹਰ ਬੁੱਝਣਾ। ਹਰ ਸਿਓ ਰੱਖੋ ਪਿਆਰ, ਹਰ ਸਿਓ ਰੱਖੋ ਪਿਆਰ। ਹਰ ਦੇ ਨਾਲ ਪਿਆਰ ਰੱਖੋ, ਜੋਤ ਨਾਲ ਪਿਆਰ ਰੱਖੋ। ਜਿਹਦਾ ਹਰ ਨਾਲ ਪਿਆਰ ਹੈ, ਹਰ ਘਟ ਮੈਂ ਹਰ ਜੂ ਬਸ ਹੈ। ਜੇ ਹਰ ਨਾਲ ਪਿਆਰ ਹੈ ਤਾਂ ਸਭ ਨਾਲ ਪਿਆਰ ਹੈ, ਕਿਉਂਕਿ ਘਟ ਮੈਂ ਹਰ ਜੂ ਬਸ ਹੈ। ਹਰ ਤਾਂ ਸਾਰਿਆਂ 'ਚ ਹੈ। ਦੇਖੋ ਜੀਵ ਜਿਹੜਾ ਆਤਮਾ ਉਹ ਡਿਫਰੈਂਟ ਹੈ, ਸਾਡੀ ਵੱਖਰੀ ਹੈ, ਉਹਦਾ ਸੁਭਾਅ ਵੱਖਰਾ। ਹਰ ਦਾ ਸੁਭਾਅ ਨਹੀਂ ਵੱਖਰਾ। ਜਿਹੜਾ ਅੰਦਰ ਹਰ ਹੈ ਸਾਰਿਆਂ ਦੇ ਇੱਕੋ ਹੀ ਹੈ। ਅੰਤਰਾਤਮਾ ਸਾਰਿਆਂ ਦੀ ਇੱਕ ਹੈ, ਉਹਦਾ ਸੁਭਾਅ ਇੱਕ ਹੈ, ਉਹਦੇ 'ਚ ਭੇਦ ਭਾਵ ਹੈ ਨਹੀਂ।
ਆ ਜਿਹੜਾ ਜੀਵ ਹੈ ਇਹਦੇ 'ਚ ਸਾਰੀਆਂ ਖਰਾਬੀਆਂ ਨੇ। ਅੰਤਰਾਤਮਾ ਤਾਂ ਪਹਿਲਾਂ ਹੀ ਸ਼ੁੱਧ ਹੈ, ਅਸ਼ੁੱਧਤਾ ਬਾਹਰ ਲੈ, ਇਹਨੇ ਸ਼ੁੱਧ ਹੋਣਾ। ਇਹ ਸ਼ੁੱਧ ਹੋ ਗਿਆ ਦੋ ਇੱਕ ਹੋ ਗਏ। ਜੇ ਹਰ ਨਾਲ ਇਹ ਪਿਆਰ ਰੱਖੇ ਤਾਂ ਸੰਸਾਰ ਸਾਰੇ ਨਾਲ ਪਿਆਰ ਹੋ ਜਾਣਾ, ਕੁਦਰਤੀ ਗੱਲ। ਉਹਨਾਂ ਦੇ ਮਨ ਚਾਹੇ ਮੈਲੇ ਨੇ ਪਏ ਹੁਣ, ਜੇ ਮੈਲੇ ਨੇ ਸਜ਼ਾ ਵੀ ਤਾਂ ਉਹਨਾਂ ਨੂੰ। ਜਿਹੜੇ ਜੇਲ੍ਹ 'ਚ ਆਦਮੀ ਨੇ, ਜੇਲ੍ਹ 'ਚ ਤਾਹੀ ਨੇ ਜੋ ਉਹਨਾਂ 'ਚ ਕੋਈ ਖਰਾਬੀ ਹੈ, ਜੇ ਉਹਨਾਂ 'ਚ ਕੋਈ ਕਮੀ ਹੈ ਜੇਲ੍ਹ 'ਚ ਵੀ ਤਾਂ ਉਹੀ ਨੇ। ਫਿਰ ਗੁੱਸਾ ਕਾਹਦਾ ਕਿਸੇ ਉਹਦੇ ਤੇ ਗੁੱਸਾ ਫਿਰ ਕਾਹਦਾ ਰਹਿ ਗਿਆ? ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ ਜੇਲ੍ਹ 'ਚ ਨੇ। ਤੁਸੀਂ ਜੇ ਜੇਲ੍ਹ 'ਚੋਂ ਬਾਹਰ ਜਾਣ, ਤੁਹਾਡਾ ਸੁਭਾਅ ਉਹਨਾਂ ਵਾਲਾ ਚਾਹੀਦਾ ਜਿਹੜੇ ਜੇਲ੍ਹ ਤੋਂ ਬਾਹਰ ਨੇ। ਸੱਚਖੰਡ ਦੇ ਵਿੱਚ ਉਹ ਕੀ ਨੇ? ਸਰਬ ਕੀ ਚਿੰਤਾ, ਫਸਿਆਂ ਦੀ ਜੇਲ੍ਹ ਵਾਲਿਆਂ ਦੀ ਚਿੰਤਾ ਸਾਰੇ। ਉਹਨਾਂ ਨੂੰ ਇਹਨਾਂ ਨੂੰ ਕਿਵੇਂ ਛਡਾਈਏ? ਮੂਰਖ ਤਾਂ ਹੈਗੇ, ਉਹਨਾਂ ਨੂੰ ਸਮਝਾਈਏ ਕਿਵੇਂ ਮੂਰਖਾਂ ਨੂੰ ਵੀ ਇਹ ਤਾਂ ਮੂਰਖ ਨੇ। ਸਮਝਾਉਣ ਵਾਲੇ ਦੇ ਵੀ ਕੱਪੜੇ ਪਾਉਣ ਨੂੰ ਜਾਂਦੇ ਨੇ। ਇਹਨਾਂ ਦਾ ਗੁੱਸਾ ਨਹੀਂ ਕਰਨਾ, ਇਹਨਾਂ ਨੂੰ ਫਿਰ ਵੀ ਸਮਝਾਓ, ਬੁਰੇ ਦਾ ਭਲਾ ਕਰਨਾ ਹੈ। ਬੁਰੇ ਨੇ ਇਹ ਠੀਕ ਹੈ, ਜਿਹੜਾ ਭਲਾ ਕਰਦੇ ਨੂੰ ਭਲਾ ਮੰਨਦਾ ਨਹੀਂ ਨਾ, ਉਹ ਬੁਰਾ ਹੁੰਦਾ। ਵੈਸੇ ਭਲਾ ਉਹ ਬੁਰਾ ਨਹੀਂ ਹੈਗਾ ਕਰ ਸਕਦਾ, ਬੁਰਾ ਕਰ ਸਕਣ ਦੀ ਸੈਂਸ ਵਿੱਚ ਬੁਰੇ ਨਹੀਂ ਅਸੀਂ ਹੈਗੇ। ਬੁਰਾ ਕਰ ਨਹੀਂ ਸਕਦੇ, ਇਸ ਕਰਕੇ ਅਸੀਂ ਬੁਰੇ ਨਹੀਂ। ਫਿਰ ਵੀ ਬੁਰੇ ਕਿਉਂ? ਤੁਮ ਕਰੋ ਭਲਾ, ਹਮ ਭਲਾ ਨਾ ਜਾਣਦੇ। ਤੂੰ ਸਭ ਦਾ ਭਲਾ ਕਰਦਾ, ਪਰ ਅਸੀਂ ਨਹੀਂ ਇਹ ਜਾਣ ਰਹੇ ਕਿ ਤੂੰ ਭਲਾ ਕਰਦਾ। ਅਸੀਂ ਕਹਿੰਦੇ ਤਾਂ ਕਹਿ ਰਹੇ ਕਰਤਾ ਰੱਬ ਨੇ ਗੋਲੇ ਪਾਤੇ, ਸਾਡੀ ਤਾਂ ਪੱਟੀ ਮੇਸੇ ਕਰਤੀ, ਸਾਡਾ ਹੀ ਪੈਰ ਪੈ ਗਿਆ। ਨਾਲ ਦਾ ਕਿ ਚੰਗਾ ਭਲਾ ਸਾਡੀ ਘੱਟ ਨਿਕਲੀ ਹੈ, ਕੜਗੇ ਦੀ ਵੱਧ ਨਿਕਲੀ ਹੈ। ਹਮ ਭਲਾ ਨਾ ਜਾਣ, ਅਸੀਂ ਤੇਰੇ ਭਲੇ ਕੀਤੇ ਨੂੰ ਭਲਾ ਜਾਣਦੇ ਨਹੀਂ, ਸਮਝਦੇ ਇਸ ਕਰਕੇ ਬੁਰੇ। ਉਹ ਬੁਰਾ ਕਰ ਨਹੀਂ ਸਕਦੇ ਅਸੀਂ ਕਿਸੇ ਦਾ। ਤੂੰ ਭਲਾ ਕਰਦੇ, ਭਲਾ ਕਰਨ ਵਾਲੇ ਦੇਖੋ। ਕਿਸੇ ਬੱਚੇ ਨੂੰ ਆਪਾਂ ਸਮਝਾ ਰਹੇ ਹਾਂ ਵੀ ਭਾਈ ਤੂੰ ਦੇਖ ਪੜ੍ਹਿਆ ਕਰ, ਆ ਜਿਹੜੇ ਦੂਏ ਨੇ ਫਿਰਦੇ ਲਫੈਂਡ ਇਹਨਾਂ ਨਾਲ ਤੂੰ ਸੰਗਤ ਛੱਡਦੇ, ਇਹ ਤਾਂ ਦਿਲ ਪਹਿਲਾਂ ਪੜ੍ਹੇ ਦੀ ਕੋੜੇ ਨਸ਼ੇ ਨੁਸ਼ੇ ਕਰਦੇ ਰਹੇ, ਇਹਨਾਂ ਕੋਲ ਨਾ ਬੈਠਿਆ ਕਰ, ਤੈਨੂੰ ਨਸ਼ੇ ਲਾ ਦੇਣਗੇ। ਉਹ ਸਾਡੀ ਗੱਲ ਦਾ ਬੁਰਾ ਵਿਰੋਧ ਹੈ। ਗੱਲ ਤਾਂ ਉਹਨੂੰ ਚੰਗੀ ਕਹੀ ਹੈ ਨਾ, ਬਸ ਇਹੋ ਜਿਹਾ ਹੀ ਹੈ ਸੰਸਾਰ। ਚੰਗੀ ਕਹਿਣੇ ਵਾਲੀ ਨੂੰ ਬੁਰੀ ਲੱਗ ਜਾਂਦੀ ਹੈ, ਭਲੀ ਕਹੀ ਬੁਰੀ ਲੱਗੀ। ਬੁਰੀ ਲੱਗੀ ਉਹਨੂੰ, ਚੰਗੀ ਨਹੀਂ ਲੱਗਦੀ। ਗੁਰਮਤਿ ਸਾਰਿਆਂ ਦਾ ਭਲਾ ਕਰਨ ਦੀ ਗੱਲ ਕਹਿ ਰਹੀ ਹੈ। ਜਿਹਨੂੰ ਗੁਰਮਤਿ ਵੀ ਬੁਰੀ ਲੱਗਦੀ ਹੈ ਉਹਨੂੰ ਫਿਰ ਕੀ ਕਹੀਏ? ਉਹਨਾਂ ਨੂੰ ਕਹਿ ਬੁਰੇ ਨੇ, ਠੀਕ ਹੈ ਫਰੀਦ ਕਹਿਣਾ, ਪਰ ਤੂੰ ਭਲਾ ਹੀ ਕਰ ਇਹਨਾਂ ਦਾ। ਫਰੀਦਾ ਬੁਰੇ ਦਾ ਭਲਾ ਕਰ। ਇਹ ਸਾਰੇ ਮਨਮਤੀਏ ਬੁਰੇ ਨੇ, ਚੰਗੇ ਨਹੀਂ ਆਣੇ। ਇੱਕ ਦੂਏ ਦਾ ਵੀ ਬੁਰਾਈ ਕਰਕੇ ਰਾਜੀ ਨੇ, ਸੋਚਦੇ ਨੇ ਬੁਰਾ ਹੁੰਦਾ ਨਹੀਂ ਇਹਨਾਂ ਤੇ, ਐਵੇਂ ਬੇਮਤਲਬ ਬੁਰੇ ਬਣਦੇ ਨੇ। ਖੋੜ ਰੱਖੀ ਬੈਠੇ ਨੇ ਮਨ 'ਚ ਬੇਮਤਲਬ ਆਪਣੇ, ਉਹਦੀ ਸਜ਼ਾ ਵੀ ਭੁਗਤੀ ਜਾਂਦੇ ਨੇ, ਛੱਡਦੇ ਫਿਰ ਵੀ ਨਹੀਂ। ਤੂੰ ਇਹਨਾਂ ਨੂੰ ਸਮਝਾ ਵੀ ਇਹ ਬੁਰਾਈ ਛੱਡ ਦੋ, ਇਹੀ ਭਲਾ। ਹੋਰ ਭਲਾ ਇਹ ਨਹੀਂ ਹੈਗਾ ਵੀ ਉਹਨਾਂ ਖਾਤਰ ਹਸਪਤਾਲ ਖੋਲ ਦੋ। ਫਰੀਦ ਨੇ ਦੱਸੋ ਕੀ ਭਲਾ ਬੁਰਾ ਕੀਤਾ, ਬੁਰਿਆਂ ਦਾ ਕੀ ਭਲਾ ਕੀਤਾ ਦੱਸੋ? ਜਿਹੜੇ ਹੁਣ ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਜੋ ਫਰੀਦ ਨੇ ਕੀਤਾ ਤੁਸੀਂ ਕਰ ਲਓ। ਬੁਰੇ ਦਾ ਭਲਾ ਕੀਤਾ ਨਾ ਫਰੀਦ ਨੇ। ਬੁਰੇ ਦਾ ਭਲਾ ਤਾਂ ਬਹੁਤ ਔਖਾ ਕਰਨਾ, ਸਭ ਤੋਂ ਔਖਾ, ਕਿਉਂਕਿ ਬੁਰੇ ਤੇ ਸਾਨੂੰ ਗੁੱਸਾ ਆਉਂਦਾ, ਰਹਿਮ ਤਾਂ ਆਉਂਦਾ ਹੀ ਨਹੀਂ। ਜਿਹਨੂੰ ਅਸੀਂ ਬੁਰਾ ਸਮਝਦੇ ਉਹ ਤੇ ਗੁੱਸਾ ਆਉ, ਰਹਿਮ ਨਹੀਂ ਆਉਂਦਾ। ਛੱਡ ਪਰੇ ਨੇ, ਇਹ ਤਾਂ ਰੋਜ਼ ਦਾ ਇਹੀ ਕੰਮ।
ਇੱਥੋਂ ਪੈਸੇ ਇਕੱਠੇ ਕਰ ਲੂਗਾ, ਸ਼ਾਮ ਨੂੰ ਜਾ ਕੇ ਉੱਥੇ ਨਸ਼ੇ ਖਾ ਕੇ ਉੱਥੇ ਲੜਦਾ ਰਹੂਗਾ। ਗੁੱਸਾ ਹੁੰਦਾ ਉੱਥੇ। ਸੁਭਾਅ ਆਦਮੀ ਦਾ ਸੁਭਾਅ ਦੇ ਅਧੀਨ ਹੈ ਹਰੇਕ ਆਦਮੀ। ਪਰ ਭਗਤ ਦਾ ਸੁਭਾਅ ਨਹੀਂ ਹੁੰਦਾ ਆਪਣਾ, ਆਪਣੀ ਉਹਦੀ ਮਰਜ਼ੀ ਨਹੀਂ ਹੁੰਦੀ, ਉਹਦਾ ਸੁਭਾਅ ਬਦਲਿਆ ਹੋਇਆ ਹੁੰਦਾ। ਸਰਬ ਕੀ ਚਿੰਤਾ ਉਹਦੇ ਮਨ ਚ ਹੁੰਦੀ, ਉਹਨੂੰ ਉਹਦੀ ਵੀ ਚਿੰਤਾ ਵੀ ਇਹਨੂੰ ਕਿਸੇ ਤਰੀਕੇ ਨਾਲ ਬਦਲੀਏ। ਜਿਵੇਂ ਆਪਣਾ ਮਨ ਹੌਲੀ ਹੌਲੀ ਬਣਾਇਆ ਵੀ ਜਦ ਮਨ ਨੂੰ ਜਾ ਸਹੀ, ਕੋਈ ਨਹੀਂ, ਇਹਨੂੰ ਕਹਿੰਦੇ ਰਹੋ। ਆਪਣਾ ਕਿਹੜਾ ਕੋਈ ਜਾਂਦਾ, ਚੰਗੀ ਰਾਏ ਦੇਣ ਚ ਆਪਣਾ ਕੀ ਜਾਂਦਾ? ਆਪਣੇ ਤਰਫ ਤੇ ਚੰਗੀ ਰਾਏ ਦਿੰਦੇ ਰਹੋ, ਨਹੀਂ ਬੋਲਦਾ ਨਾ ਉਹਨੇ, ਬੁਰਾ ਬੰਦਾ ਪਿਆ ਬਣੀ ਜਾਵੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ। ਗੁੱਸਾ ਨਾ ਕਰ ਵੀ ਮੈਂ ਰੋਜ਼ ਕਹਿਣਾ ਮੰਨਦਾ ਨਹੀਂ ਮੇਰੀ ਗੱਲ, ਵੀ ਹੁਣ ਨਹੀਂ ਇਹਨੂੰ ਕਹਿਣੀ, ਹੁਣ ਇਹਨੂੰ ਪੁੱਠੀ ਉਹ ਦੱਸ ਦਿਓ ਨਾ। ਗੁੱਸਾ ਤਾਂ ਕਰਨਾ ਹੀ ਨਹੀਂ। ਚਾਹੇ ਵਿਰੋਧ ਵੀ ਕਰਦੇ ਨੇ, ਜੇ ਵਿਰੋਧ ਕਰਦੇ ਨੇ ਤੈਨੂੰ ਉਲਟੀ ਗੱਲ ਕਹਿੰਦੇ ਨੇ, ਲੈ ਬੜਾ ਆ ਗਿਆ, ਇਹ ਆ ਗਿਆ, ਉਹ ਆ ਗਿਆ। ਜੇ ਤੈਨੂੰ ਮਾਰਨ ਮੂੰਹ ਕੀਆਂ ਉਹ ਹੀ ਕਹੀ ਜਾਂਦੇ ਨੇ, ਬੱਕ ਮਾਰੀ ਜਾਂਦੇ ਨੇ, ਤੇ ਨਾ ਮਾਰੀ ਕਹੋ ਤੂੰ ਵੀ ਇਸੇ ਉਹ ਜਿਹੀ ਉਹਨਾਂ ਗੱਲ ਕਰਦੀ ਹੈ ਨਾ, ਵੀ ਉਲਟਾ ਹੀ ਰਾਹ ਮਾਰ ਲਓ। ਮੂੰਹ ਨੂੰ ਮੁਖੀਆਂ ਬਣਾ ਲਿਆ ਇਹਨਾਂ ਨੇ। ਉਹ ਮੂੰਹ ਆਈ ਜਿਹੜੀ ਕਹਿੰਦਾ ਮੂੰਹ ਜਾ ਗਈ ਉਹੀ ਭਗਤੀ, ਬਿਨਾਂ ਵਿਚਾਰੇ ਤੇ ਜਿਹੜੀ ਗੱਲ ਕਹੀ ਹੋਈ ਆ ਮੂੰਹ ਆਈ ਹੁੰਦੀ। ਇਹ ਬਿਨਾਂ ਵਿਚਾਰੇ ਤੇ ਸੰਸਾਰ ਦੇ ਲੋਕ ਗੱਲ ਕਰਦੇ ਨੇ, ਵਿਚਾਰ ਕੇ ਨਹੀਂ ਕਰਦੇ ਗੱਲ ਨੂੰ। ਬਿਨਾਂ ਵਿਚਾਰੇ ਤੇ ਗੱਲ ਜਿਹੜੀ ਕਹੀ ਹੋਈ ਹੈ ਕਿ ਮੈਨੂੰ ਇਹਨੇ ਰਾਇ ਤਾਂ ਚੰਗੀ ਦਿੱਤੀ ਹੈ, ਮੈਨੂੰ ਕਮ ਸੇ ਕਮ ਜੇ ਨਹੀਂ ਮੰਨਣਾ ਤਾਂ ਬੁਰਾ ਤਾਂ ਨਾ ਕਹਾ। ਤਾਂ ਕਬੀਰ ਨੂੰ ਕਹਿ ਰਹੇ ਨੇ ਕੁੱਤਾ ਭਾਵਨਾ ਮੂੰਹ ਕਿਉਂ ਹੀ ਮਾਰ ਦਿੰਦੇ, ਵਿਚਾਰਦੇ ਨਹੀਂ ਨਾ ਕਬੀਰ ਕੀ ਕਹਿ ਰਹੇ। ਭਗਤਾਂ ਦੀ ਗੱਲ ਨੂੰ ਵਿਚਾਰਿਆ ਨਹੀਂ, ਵੀ ਸਭ ਦਾ ਭਲਾ ਦੀ ਗੱਲ ਕਹਿ ਰਹੇ ਨੇ, ਸਾਡੇ ਭਲੇ ਦੀ ਉਹ ਕਹਿ ਰਹੇ। ਉਹ ਉਹਨਾਂ ਜਵਾਕਾਂ ਵਰਗੇ ਨੇ, ਮੁੰਡਿਆਂ ਵਰਗੇ ਨੇ ਜਿਹੜੇ ਲਫੈਂਡ ਨੇ। ਉਹ ਸੰਤ ਵੀ ਉਹਨਾਂ ਵਰਗੇ ਨੇ ਜਿਹੜੇ ਲਫੈਂਡ ਨੇ, ਨਸ਼ੇ ਨਹੀਂ ਛੱਡਦੇ, ਉਲਟੇ ਕੰਮ ਨਹੀਂ ਛੱਡਦੇ, ਚੋਰੀਆਂ ਨਹੀਂ ਛੱਡਦੇ। ਉਹਨਾਂ ਵਰਗੇ ਨੇ ਸਾਰੀ ਉਮਤਾਂ ਵਾਲੇ ਜਿਹੜੇ ਲੀਡਰ ਨੇ, ਉਹਨਾਂ ਮੁੰਡਿਆਂ ਵਰਗੇ ਜਿਹਨਾਂ ਨੂੰ ਸਮਝਾਉਂਦੇ ਨੇ ਮੰਨਦੇ ਨਹੀਂ। ਜਿਵੇਂ ਉਹਨਾਂ ਨੂੰ ਮਾੜਾ ਸਮਝਦੇ ਨੇ, ਉਹੋ ਜਿਹੇ ਭਗਤ ਉਹਨਾਂ ਨੂੰ ਮਾੜਾ ਸਮਝਦੇ ਨੇ। ਉਹਨਾਂ ਸੰਤਾਂ ਨੂੰ, ਲੀਡਰਾਂ ਜਿਹੜੇ ਸਮਾਜ ਨੂੰ ਵਿਗਾੜ ਰਹੇ ਨੇ, ਨਸ਼ਿਆਂ ਵੱਲ ਲਾ ਰਹੇ ਨੇ, ਜਿਵੇਂ ਅਸੀਂ ਉਹਨਾਂ ਨੂੰ ਸਮਝਦੇ ਹਾਂ ਨਾ ਬੁਰੇ ਆਮ ਲੋਕ, ਇਵੇਂ ਭਗਤ ਗੁਰਮਤ ਜਿਹੜੀ ਹੈ ਉਹਨਾਂ ਲੋਕਾਂ ਨੂੰ ਬੁਰਾ ਸਮਝਦੀ ਹੈ ਜਿਹੜੇ ਲੀਡਰ ਨੇ ਔਰ ਉਲਟਾ ਰਾਹ ਪਾ ਰਹੇ ਨੇ। ਉਹ ਨਸ਼ਾ ਚਲਾ ਰਹੇ ਨੇ, ਲੋਭੀ ਬਣਾ ਰਹੇ ਨੇ, ਉਹ ਪੈਦਾ ਕਰ ਰਹੇ ਨੇ। ਇਹ ਨਸ਼ੇ ਨੇ ਸਾਰੇ ਵਕਾਰ ਨੇ, ਵਕਾਰਾਂ 'ਚ ਪਾ ਰਹੇ ਨੇ। ਲੋਕਾਂ ਦੇ ਵਕਾਰ ਜਿਹੜੇ ਪੈਦਾ ਕਰ ਰਹੇ ਨੇ ਉਹ ਉਹੋ ਜਿਹੇ ਲਫੈਂਡ ਬੰਦਿਆਂ ਵਰਗੇ ਨੇ, ਕ੍ਰਿਮੀਨਲ ਬੰਦੇ ਨੇ ਸਾਰੇ। ਇਹ ਸਾਰੇ ਦਰਗਾਹ ਦੇ ਵਿੱਚ ਗੁਰਬਾਣੀ ਅਨੁਸਾਰ ਸਾਰੇ ਕ੍ਰਿਮੀਨਲ ਨੇ ਇਹ ਬੰਦੇ। ਤਾਂ ਹੀ ਬਨਾਰਸ ਇਕੱਠਾ ਕਿਹਾ ਸੀ, ਐਵੇਂ ਨਹੀਂ ਸੀ ਕਿਹਾ ਹੋਇਆ, ਕੋਈ ਗਰਾਊਂਡ ਹੈ ਕਹਿਣ। ਕਪਟੀ ਤਾਂ ਹੀ ਕਿਹਾ ਹੋਇਆ ਨਾ। ਹਿਰਨਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜ੍ਹਿਆ ਨੋ। ਇਹਨਾਂ ਨੂੰ ਕਿਹਾ ਹਿਰਨਾ ਨੇ ਬਾਜ, ਜਿਵੇਂ ਬਾਜ ਨੂੰ ਪੜ੍ਹਾ ਲੈਂਦੇ ਨੇ। ਸਿਕਦਾਰਾਂ ਸਾਖਤ ਲੀਡਰ, ਧਾਰਮਿਕ ਲੀਡਰ, ਇਹਨਾਂ ਨੇ ਗਿਆਨ ਪੜ੍ਹ ਲਿਆ। ਕਰਦੇ ਕੀ ਨੇ? ਫਾਹੀ ਲੱਗੀ ਜਾਤ ਫਾਹੇ, ਭਰਮ ਦੇ ਜਾਲ 'ਚ ਫਸਾ ਰਹੇ ਨੇ ਸਾਰੇ ਸੰਸਾਰ ਨੂੰ, ਆਪਣੇ ਆਪਣੇ ਚੇਲਿਆਂ ਨੂੰ। ਚਾਹੇ ਡਿਫਰੈਂਟ ਬੱਤਾਂ ਨੇ, ਬੱਤਾਂ ਅਲੱਗ ਅਲੱਗ ਨੇ, ਫਸਾ ਸਾਰੇ ਰਹੇ ਨੇ। ਫਾਹੀ ਲੱਗੀ ਜਾਤ ਫਾਹੇ, ਨਾ ਅੱਗੇ ਨਾ ਹੀ ਥੋ, ਅੱਗੇ ਕੋਈ ਜਗ੍ਹਾ ਨਹੀਂ ਨਾ ਵਾਸਤੇ, ਅੱਗੇ ਨਹੀਂ ਬਸ ਸਕਦੇ, ਨਰਕ ਜਾਣਗੇ ਥੱਲੇ। ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕੱਢਿਓ, ਬਾਸ ਨਰਕ ਮੂਲੀ। ਇਹ ਸਾਰੇ ਕ੍ਰਿਮੀਨਲ ਨੇ, ਆਪਣੇ ਆਪ ਨੂੰ ਧਾਰਮਿਕ ਮੰਨਦੇ ਹੋਣਗੇ, ਕ੍ਰਿਮੀਨਲ ਨੇ। ਗੁਰਬਾਣੀ ਦੀ ਭਾਸ਼ਾ 'ਚ, ਗੁਰਬਾਣੀ ਦੀ ਭਾਸ਼ਾ ਕਿਸੇ ਆਦਮੀ ਦੀ ਭਾਸ਼ਾ ਨਹੀਂ, ਦਰਗਾਹ ਦੀ ਭਾਸ਼ਾ ਹੈ। ਇਹ ਦਰਗਾਹ ਦਾ ਕਾਨੂੰਨ ਹੈ, ਹੁਕਮ ਹੈ। ਹੁਕਮ ਜੇ ਹੁਕਮ ਹੈ ਤਾਂ ਹੁਕਮ ਪਰਮੇਸ਼ਰ ਦਾ ਹੈ, ਔਰ ਕਿਸੇ ਬੰਦੇ ਦਾ ਹੁਕਮ ਨਹੀਂ ਹੈ। ਇਸ ਹੁਕਮ ਦੇ ਤਹਿਤ ਨਵੇੜਾ ਹੋਣਾ, ਜਿਹੜਾ ਨਵੇੜਾ ਹੋਣਾ ਨੇ ਸਭ ਦਾ।
ਇਸੇ ਹੁਕਮ ਦੇ ਤਹਿਤ ਹੋਣਾ, ਮਤ ਕੋਈ ਭਰਮ 'ਚ ਰਹੇ। ਇਹ ਸਾਰੇ ਧਾਰਾਵਾਂ ਲਾਗੂ ਨੇ, ਕਾਨੂੰਨ ਹੈ, ਇਹ ਧਾਰਾਵਾਂ ਦੇ ਨਾਲ ਫੈਸਲਾ ਹੋਣਾ। ਇਹ ਕੇਸ ਬਣਨੇ ਨੇ ਸਾਰਿਆਂ ਤੇ, ਜਿੱਥੇ ਜਿੱਥੇ ਕੋਈ ਖੜਾ, ਜੋ ਜੋ ਕਰ ਰਹੇ ਨੇ ਗੁਰਬਾਣੀ ਅਨੁਸਾਰ ਕੇਸ ਬਣ ਜਾਣੇ ਨੇ। ਪੁਲਿਸ ਵਾਲੇ ਤਾਂ ਉਹੀ ਧਾਰਾ ਲਾਉਂਦੇ ਨੇ ਜੋ ਉਹਨਾਂ ਕੋਲ ਲਿਖਿਆ ਹੈ। ਧਰਮਰਾਜ ਨੇ ਧਾਰਾ ਉਹ ਲਾ ਦੇਣੀ ਜੋ ਲਿਖਿਆ ਹੋਇਆ, ਜੋ ਕਾਨੂੰਨ ਹੈ, ਆਹ ਕਾਨੂੰਨ ਹੈ, ਪੜ੍ਹ ਲੈਣ। ਕੋਈ ਬਚਿਆ ਹੋਇਆ ਨਹੀਂ ਹੈ। ਠੀਕ ਹੈ, ਹੁਣ ਤੁਹਾਡੇ ਯਾਦ ਨਹੀਂ ਰੱਬ, ਕਹਿੰਦੇ ਤੇ ਕਿਤੇ ਰੱਬ ਯਾਦ ਹੈ, ਆਪਾਂ ਕਹਿ ਨਹੀਂ ਦਿੰਦੇ। ਤੁਹਾਡੇ ਹੰਕਾਰ ਦੇ ਵਿੱਚ ਰੱਬ ਨਹੀਂ ਯਾਦ, ਨਾ ਸਹੀ ਬੋਲ ਵੀ ਨਹੀਂ ਨਿਕਲਣਾ ਇੱਥੋਂ, ਜਾਂ ਸੰਗੀ ਘੁੱਟ ਲੈਣੀ ਅੱਖਾਂ ਨਾਲ ਇਸ਼ਾਰੇ ਘਰ ਹੋਣੇ, ਬੋਲਿਆ ਵੀ ਨਹੀਂ ਜਾਣਾ ਮੂੰਹ ਤੋਂ। ਔਰ ਕਦ ਹੋ ਜਾਣਾ ਇਹ ਵੀ ਨਹੀਂ ਪਤਾ, ਮਿੰਟ ਲੱਗਦਾ। ਕੀ ਚੀਜ਼ ਕੀ ਲੱਗਦੀ ਹੈ? 15 ਮਿੰਟ 5 ਮਿੰਟ ਨਹੀਂ ਲੱਗਿਆ ਮੁੰਡੇ ਨੂੰ, ਜਵਾਨ ਮੁੰਡਾ ਸੀ, ਪਤਾ ਸੀ ਕਿਤੇ ਇਹਦਾ ਕੋਈ ਭਰੋਸਾ ਨਹੀਂ ਹੈ। ਇਹਦਾ ਸਾਹ ਦੂਆ ਆਇਆ ਕਿ ਨਾ ਆਇਆ। ਜਿਹੜਾ ਭਰੋਸਾ ਕੀਤਾ ਕਰ ਗਿਆ ਉਹ ਤਾਂ ਮਾਰਿਆ ਗਿਆ। ਜਿਹਦਾ ਮਨ ਮਨੋਂ ਵਸਾਰਿਆ ਹੋਇਆ ਉਹੀ ਇਹ ਕੰਮ ਕਰਦੇ ਨੇ। ਉਹਨੇ ਕਿਹਾ ਮੈਂ ਕਹਿੰਦਾ ਮੰਨਣਾ ਕਰ ਲਾਂਗੇ ਹੌਲੀ ਹੌਲੀ। ਹਰ ਜਪੀਏ ਹਰ ਪੜ੍ਹੀਏ, ਹਰ ਜਪੀਏ ਹਰ ਧਿਆਈਏ, ਹਰ ਕਾ ਨਾਮ ਆਧਾਰ। ਹਰ ਜਪੀਏ ਹਰ ਧਿਆਈਏ, ਹਰ ਨੂੰ ਜਪੀਏ, ਜਪੀਏ ਨੂੰ ਮਤਲਬ ਸਮਝੀਏ। ਜੇ ਸਮਝ ਲਈਏ ਨਾ ਹਰ ਨੂੰ, ਜਾਣ ਲਈਏ ਹਰ ਨੂੰ, ਫਿਰ ਉਹ 'ਚ ਧਿਆਨ ਵੀ ਰੱਖੀਏ। और फिर उसे जो ध्यान रखिए, फिर ध्यान हर तो हटाईदा नहीं। ध्याई का मतलब ध्यान रखना होगा। जो कोई चीज़ दिस गई फिर ध्यान रखो, फिर ध्यान कर दूसरे पासे कर दो। चक भी कहते ने, चकवी की मिसाल दी हुई गुरबाणी, चंद नाल चकोर दी दी हुई। कहते जिन्ना चिर चंद निकलिया रहिंदा चकोर चोगा भी नहीं चुगदी, चंद वाल झाकी जाती। चक भी सूरज वाल झाकदी है। उन्ना चिर खाना पीना कुछ भी नहीं करती, किते उहदा ध्यान नहीं जाता, सूरज वाल झाकी। ये दो प्रमाण ने आया गुरबाणी। बस हर है जिहड़ा है सूरज है, साडी जिहड़ी सुरत है चक भी है। तो फिर ध्यान जे हट गया, हटण का मतलब है जिहड़ी चीज़ नूं लभदे सी इन्ने साल, इन्ने करोड़ां अरबां, पता नहीं किन्ने जन्म ले ले, बहुत जन्म विछड़े थे माधो। जे फिर किते निगाह हटा ली फिर लभड़ा ही नहीं दोबारा। लड़ छुट जूगा फिर जे जाना लड़ छिजण। इन्नी बरीक चीज़ है, एक बार जे दिख गई, जे इधर उधर निगाह करनी फिर नहीं दिखनी। उत्थे ही पई दिखदी नहीं सी पहलां भी, पई उत्थे सामने सी, दिखदी नहीं सी। एक बार देख गई, जे उदों ध्यान इधर उधर चला गया फिर गायब हो जाना, फिर नहीं दिखना। ध्याईए का मतलब ध्यान उत्थे ही रखना, फिर ध्यान दूए पासे जाए नहीं, जाता ही नहीं हुंदा ध्यान। तो दूए पासे जाना फिर कास नूं की करन जाना, ध्यान तो उदों पहले ही हट जाता हुंदा। ध्यान तो बहुत पहले ही हट जाता, ध्यान तो संतोख च हट जाता। माया तो संतोख आउंदा ही ज़्यादा, या माया जो ध्यान हट जाता। फिर ध्यान जुड़ता है, इत्थों भी कुछ मिलूगा, जितों कुछ मिलना है उत्थे ध्यान रहना टिकया होया। फिर कल ध्यान है नाम च, शब्द त्यावण, त्यावण टीका हर हर नाम न आराधना, आराधन टीका हर हर नाम आराधना। तुर में ध्यान, ध्यान में जाने, ध्यान तुर दे विच टिकना है भी इत्थों सुननी है आवाज़, जितों आवाज़ सुननी है हृदय विच, हृदय जा ध्यान है भी हृदय चो आवाज़ आउगी। तुर विच ध्यान रख, जब तुर सुन गई, संपर्क हो गया,
ਜੁੜ ਗਈ ਸੋ ਫਿਰ ਕੀ ਸੀ। ਹਰ ਜਪੀਏ ਹਰ ਧਿਆਈਐ। ਧਿਆਨ ਮੈਂ ਜਾਣਿਓ, ਧਿਆਨ ਦੇ ਦੌਰਾਨ ਚ ਜਾਣਿਆ ਜਾਊ। ਜੇ ਧਿਆਨ ਹਟ ਗਿਆ ਫਿਰ ਨਹੀਂ ਜਾਣਿਆ ਜਾਊ। ਧਿਆਨ ਮੈਂ ਜਾਣਿਆ ਦਾ ਮਤਲਬ ਧਿਆਨ ਦੇ ਦੌਰਾਨ ਹੈ ਜਾਣਿਆ ਜਾਣਾ। ਇਹ ਨਹੀਂ ਕਦੇ ਧਿਆਨ ਹਟ ਗਿਆ, ਕਦੇ ਆ ਗਿਆ, ਕਦੇ ਹਟ ਗਿਆ, ਕਦੇ ਆ ਗਿਆ, ਫਿਰ ਨਹੀਂ। ਲਗਾਤਾਰ ਧਿਆਨ ਟਿਕਿਆ ਰਹੂ ਤਾਂ ਹੀ ਜਾਣਿਆ ਜਾਣਾ। ਤਾਂ ਹੀ ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ ਸ਼ਬਦ ਜਾਣਿਆ ਜਾਣਾ, ਉਹਦੇ ਨਾਲ ਸੰਪਰਕ ਹੋ ਸਕੂਗਾ। ਹਰ ਜਪੀਐ ਹਰ ਧਿਆਈਐ। ਹਰ ਜਪੀਏ ਹਰ ਧਿਆਈਏ, ਹਰ ਨੂੰ ਹੀ ਜਪਣਾ ਚਾਹੀਦਾ, ਸਮਝਣਾ ਚਾਹੀਦਾ, ਹਰ ਦਾ ਹੀ ਧਿਆਨ ਰੱਖਣਾ ਚਾਹੀਦਾ। ਹਰ ਕਾ ਨਾਮ ਆਧਾਰ। ਕਿਉਂਕਿ ਆਧਾਰ ਹੈ ਹਰ ਦਾ ਨਾਮ। ਸੰਸਾਰ 'ਚ ਕੋਈ ਵੀ ਆਧਾਰ ਨਹੀਂ ਹੋਰ ਕੁਛ। ਨਾਮ ਨੇ ਆਧਾਰ ਬਣਨਾ, ਨਾਮ ਨੇ ਫਿਰ ਡੋਲਣ ਤੋਂ ਰੱਖਣਾ, ਨਾਮ ਨੇ ਡੁੱਬਣ ਤੋਂ ਰੱਖਣਾ। ਡੋਲਣਾ ਡੁੱਬਣਾ ਹੀ ਹੁੰਦਾ। ਜੇ ਡੋਲਦਾ ਕਦੇ ਥੱਲੇ ਜਾਂਦਾ, ਕਦੇ ਉੱਤੇ ਜਾਂਦਾ, ਡੁੱਬਦਾ ਤਾਂ ਹੀ ਹੈ। ਜੇ ਉੱਤੇ ਹੈ ਡੋਲਦਾ ਹੀ ਨਹੀਂ, ਉੱਤੇ ਟਿਕਿਆ ਹੈ ਫਿਰ ਉੱਤੇ ਹੀ ਰਹੂਗਾ ਭਵ ਸਾਗਰ। ਹਾਂਜੀ। ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਫਿਰ ਸਖੀ ਜੇ ਕਰਤਾਰ ਜਿਹੜਾ ਕੁਛ ਲਿਖਦਾ ਸਮਝਾ ਦੇਵੇ ਨਾ ਉੱਧਰੋਂ, ਉਹ ਫਿਰ ਭੁੱਲਦਾ ਨਹੀਂ ਹੁੰਦਾ। ਉਹ ਨਹੀਂ ਭੁੱਲਦਾ। ਜਿਹੜੀ ਸੋਝੀ ਅੰਦਰੋਂ ਆ ਗਈ ਉਹ ਨਹੀਂ ਭੁੱਲਦੀ ਕਦੇ। ਜਿਹੜੀ ਗੱਲ ਦੀ ਅੰਦਰੋਂ ਸਮਝ ਆਈ ਉਹ ਨਹੀਂ ਭੁੱਲਦੀ। ਦੂਏ ਦੀ ਸੁਣੀ ਹੋਈ ਗੱਲ ਦੀ ਸੋਝੀ ਆਈ ਭੁੱਲ ਜਾਂਦੀ। ਜਿਹੜੀ ਕਰਤਾਰ ਦੀ ਸੋਝੀ ਹੈ ਉਹ ਨਹੀਂ ਦੁਬਾਰਾ ਭੁੱਲਦੀ, ਉਹ ਨਹੀਂ ਮਿਟਦੀ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਜੋ ਲਿਖਿਆ ਕਰਤਾਰ। ਇਹ ਕਰਤਾਰ ਨੇ ਨਾਮ ਦਿੱਤਾ ਹੈ। ਨਾਮ ਮਿਲਦਾ ਦਰਗਾਹ ਚੋਂ। ਦਰਗਾਹ ਨੇ ਜੋ ਲਿਖ ਦਿੱਤਾ ਤੁਹਾਡੇ ਅੰਦਰ, ਸਮਝਾਤਾ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਕੋਈ ਦੁਨੀਆ ਦਾ ਬੰਦਾ ਉਹਨੂੰ ਤੁਹਾਨੂੰ ਛਡਾ ਦੇਵੇ। ਬੰਦ ਕੱਟੇ ਗਏ ਮਿਟ ਗਿਆ ਲੇਖ, ਦਿਓ ਚੜ ਕੇ ਮਿਟ ਗਿਆ ਲੇਖ, ਤਤੀ ਤਬੀ ਦੇ ਬਿਠਾਉਣ ਮਿਟ ਗਿਆ ਲੇਖ, ਝਟਕੇ ਦੇ ਚੜਾਤਾ ਮਿਟ ਗਿਆ ਲੇਖ। ਸਾਰੇ ਟੈਸਟ ਲੈ ਲਏ ਲੋਕਾਂ ਨੇ। ਆ ਤਾਂ ਪਹਿਲਾਂ ਦੀ ਗੱਲ ਲਿਖੀ ਹੋਈ ਹੈ। ਭਗਤਾਂ ਨੂੰ ਵੀ ਪਹਿਲਾਂ ਪ੍ਰਹਲਾਦ ਨਾਲ ਧਰੂ ਨਾਲ ਕੀ ਹੋਇਆ, ਮਿਟ ਗਿਆ ਲੇਖ, ਨਹੀਂ ਮਿਟਦਾ। ਜੇ ਕਰਤਾਰ ਦਾ ਲਿਖਿਆ ਹੋਵੇ ਨਹੀਂ ਮਿਟਦਾ। ਜੇ ਕਰਤਾਰ ਦਾ ਨਾਂ ਲਿਖਿਆ ਹੋਵੇ, ਪਖੰਡ ਹੋਵੇ, ਉਹ ਛੱਪੂ ਮਿਟ ਜਾਂਦੇ। ਆਪੇ ਕਾਰਨ ਜਿਨੀ ਕੀਆ ਕਰ ਕਿਰਪਾ ਭਗਤਾਰ। ਆਪੇ ਕਾਰਨ ਜਿਹਨੇ ਕੀ, ਜਿਹਨੇ ਕਾਰਨ ਬਣਾਇਆ ਕਰਤਾਰ ਨੇ ਆਪ। ਸਮਾਂ ਵੱਧ ਕੇ ਲਿਆਂਦਾ ਹੈ। ਉਸ ਟਾਈਮ ਉਹਨੇ ਲਿਖਿਆ ਜਿਸ ਟਾਈਮ ਲੋੜ ਸੀ। ਕਰੀ ਕਿਰਪਾ ਭਗਤਾਰ। ਕਿੰਨੀ ਗਰਮੀ ਸੀ, ਗਰਮੀ ਸੀਗੀ, ਤਰਾ ਕੀਤਾ ਲੋਕਾਂ ਨੇ। ਦੇਖੋ ਬਦਲ ਲਿਆ, ਠੰਡ ਕਰਤੀ, ਨਹੀਂ ਤਾਂ ਮਰ ਜਾਂਦੀ ਦੁਨੀਆ। ਹੋਰ ਥੋੜੀ 2-5-4 ਡਿਗਰੀ ਵਧਾ ਦਿੰਦਾ, ਬਸ ਖਤਮ ਸੀ ਕੰਮ। ਜਦੇ ਉਹਨੇ ਕਿਹਾ ਵੀ ਇਹ ਮਰ ਜਾਣਗੇ, ਫਿਰ ਉਹਨੂੰ ਬਈ ਰਾਹਤ ਦਿਓ। ਆਦਮੀ ਤਾਂ ਚਲੋ ਬਚ ਜਾਂਦਾ, ਜਾਨਵਰ ਕੀ ਕਰਦੇ ਬਾਹਰਲੇ, ਹੋਰ ਵੀ ਤਾਂ ਜੀ ਜੰਤ ਹੈਗਾ। ਜਿਹਨੇ ਕਾਰਨ ਕੀਤਾ, ਜਿਹਨੇ ਲਿਖਿਆ ਲੇਖ, ਕਿਉਂ ਲਿਖਿਆ ਉਹਨੇ, ਟਾਈਮ ਹੈ ਕੋਈ ਉਹਦੇ ਹੋਰ ਵਜ੍ਹਾ। ਜਿਹਨੂੰ ਦੱਸਿਆ ਸਮਝਾਇਆ ਉਹਨੂੰ ਨਹੀਂ ਪਤਾ ਕੀ ਹੈ, ਉਹਨੂੰ ਬਾਅਦ 'ਚ ਪਤਾ ਲੱਗਦਾ ਰਹੂ। ਹੌਲੀ ਹੌਲੀ ਉਹਨੂੰ ਬਾਅਦ 'ਚ ਪਤਾ ਲੱਗੂ। ਅੱਗੇ ਕਣਕ ਕਿੰਨੀ ਕੁ ਪੈਦਾ ਹੁੰਦੀ ਸੀ, ਕਿੰਨੀ ਕਿੱਲੇ 'ਚੋਂ ਕਿੰਨੀ ਕੁ ਪੈਦਾ ਹੁੰਦੀ ਸੀ। ਜੇ ਪਬਲਿਕ ਪੈਦਾ ਕੀਤੀ ਹੈ, ਗਾਹਾਂ ਨੇ ਅਕਲ ਵੀ ਦੇ ਦਿੱਤਾ ਵੀ 24-25-30 ਕੁਆਂਟਲ ਕੱਢ ਲਓ। ਇਸ ਤਰੀਕੇ ਨਾਲ ਅਕਲ ਵੀ ਦੇ ਦਿੱਤੀ। ਭੁੱਖੇ ਮਰ ਜਾਂਦੇ ਸਾਰੇ ਹੀ। ਇਹਦਾ ਵਿਦਵਾਨ ਨੇ ਤਾਂ ਮੂਰਖ ਨੇ। ਕੁਝ ਨਹੀਂ, ਜਿੰਨਾ ਉਹ ਪੈਦਾ ਕਰ ਰਿਹਾ ਉਹਨਾਂ ਨੂੰ ਉਹ ਜਿਹਾ ਸਭ ਕੁਝ ਦੇ ਰਿਹਾ। ਉਹ ਜਿਹੇ ਬੰਦੇ ਪੈਦਾ ਕਰ ਦਿੰਦੇ, ਉਹ ਜਿਹੀ ਅਕਲ ਦੇ ਦਿੰਦਾ। ਉਹ ਜਿਹੜੀ 20 ਬਿੱਗੇ 'ਚੋਂ ਪੈਦਾ ਹੁੰਦੀ ਸੀ, 1 ਕਿੱਲੇ 'ਚ ਹੋ ਜਾਂਦੀ ਹੈ ਪੈਦਾ। ਜੇ ਬੰਦੇ ਵੱਧ ਗਏ ਤਾਂ ਫਿਰ ਪ੍ਰੋਡਕਸ਼ਨ ਵੀ ਤਾਂ ਵੱਧ ਗਈ। ਜ਼ਮੀਨ ਚਾਹੇ ਘਟ ਗਈ, ਕਣਕ ਵਾਧੂ ਹੈ। ਜ਼ਮੀਨ ਤਾਂ ਬਥੇਰੀ ਪਈ ਹੈ। ਜੇ 20 ਪਾ ਦੇਵੇ, 1 ਸਾਲ 20 ਪਾ ਦੇਵੇ, 12 ਸਾਲ ਦੀ ਮੁਕਤੀ। ਸਾਰੇ ਹਿੰਦੁਸਤਾਨ ਦੇ ਕਣਕ ਇੰਨੀ ਧਰਤੀ ਹੈ।
1 ਸਾਲ ਦੀ ਫਸਲ ਹੋ ਜਾਏ ਨਾ, ਸਾਰੇ ਜਿੰਨੀ ਜ਼ਮੀਨ ਹੈ ਹਿੰਦੁਸਤਾਨ ਦੀ, ਇਹਨਾਂ ਦੀ 12 ਸਾਲ ਖਾਈ ਜਾਣ ਮੁਕਦੀ ਨਹੀਂ ਹੈ। ਥੋੜੀ ਪਈ ਹੈ ਕਹਿੰਦੇ ਧਰਤੀ ਜਾਂ ਮੀਂਹ, ਉੱਥੇ ਸੁੱਕੇ 'ਚ ਕੀ ਹੋ, ਉਹਦੇ ਤਾਂ ਹੱਥ ਸਭ ਕੁਝ ਹੈ। ਟਾਈਮ ਟਾਈਮ ਤੇ ਬਾਰਿਸ਼ ਪਾਵੇ, ਟਾਈਮ ਟਾਈਮ ਤੇ ਸਭ ਕੁਝ ਕਰੇ, ਮੁਕਤੀ ਹੈ ਕਿਤੇ। ਇਹ ਤਾਂ ਐਵੇਂ ਡਰਾਈ ਜਾਂਦੇ ਨੇ, ਐਵੇਂ ਡਰਾਈ ਜਾਂਦੇ ਨੇ, ਐਂ ਹੋ ਜੂ ਜੀ, ਕੱਲ ਨੂੰ ਐਂ ਹੋ ਜੂ, ਕੱਲ ਪਰਸੋਂ ਨੂੰ ਐਂ ਹੋ ਜੂ। ਆਪੇ ਕਾਰਨ ਜਿਨ ਕੀਆ